ਸਾਡੇ ਵਿਆਹ ਨੂੰ 20 ਸਾਲ ਹੋ ਗਏ ਜੀ। ਅੱਛਾ 20 ਸਾਲ ਹੋ ਗਏ। ਹਾਂਜੀ 20 ਸਾਲ ਹੋ ਮਿਲੇ ਕਿਵੇਂ ਸੀ ਤੁਸੀਂ? ਅਸੀਂ ਐਕਚੁਅਲੀ ਸਾਡੀ ਪਿਓਰਲੀ ਅਰੇਂਜ ਮੈਰਿਜ ਸੀਗੀ। ਮੇਰੇ ਮਾਮਾ ਜੀ ਨੇ ਰਿਸ਼ਤਾ ਕਰਵਾਇਆ ਸੀਗਾ। ਐਕਚੁਅਲੀ ਸਾਡੀ ਨਾ ਇੰਟਰਸਟਿੰਗ ਆ ਸਟੋਰੀ ਸਾਡੇ ਵਿਆਹ ਦੀ। ਜਿਹੜਾ ਸਾਡਾ ਪਹਿਲਾਂ ਮਤਲਬ 6 ਮਹੀਨੇ ਪਹਿਲਾਂ ਗੱਲ ਚੱਲ ਕੇ ਨਾ ਇੱਕ ਵਾਰੀ ਬੰਦ ਹੋ ਗਈ ਕਿਉਂਕਿ ਮੇਰੇ ਨਾਨਾ ਜੀ ਨੂੰ ਮਤਲਬ ਸੀਗਾ ਥੋੜਾ ਜਿਹਾ ਕਿ ਸ਼ਾਇਦ ਅੱਛਾ ਮੈਚ ਨਹੀਂ ਹੋਣਾ ਇਹਨਾਂ ਦਾ ਆਪਸ ਵਿੱਚ। ਮੈਂ ਸੈਕੰਡ ਈਅਰ ਮੈਂ ਅੱਗੇ ਗਿਆ ਨਹੀਂ, ਮੈਂ ਬਿਜ਼ਨਸ ਪੈ ਗਿਆ ਤਾਂ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਵਿਚਾਰ ਨਹੀਂ ਮਿਲਣੇ ਆਪਸ ਵਿੱਚ। ਮਤਲਬ ਸਿਰਫ ਗੱਲ ਹੀ ਚੱਲੀ ਸੀ, ਅਸੀਂ ਦੇਖਿਆ ਨਹੀਂ ਸੀ ਇੱਕ ਦੂਜੇ ਨੂੰ। ਤਾਂ ਜਦੋਂ ਐਕਚੁਅਲੀ ਮੇਰੇ ਨਾ ਮਾਮਾ ਜੀ ਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ, ਮੈਂ ਕਿਹਾ ਵੀ ਡਿਗਰੀ ਕੋਈ ਮੱਥੇ ਤੇ ਥੋੜੀ ਲਿਖੀ ਹੁੰਦੀ ਹੈ ਕਿਸੇ ਦੀ, ਇਨਸਾਨ ਦੇ ਵਿਚਾਰ ਅੱਛੇ ਹੋਣੇ ਚਾਹੀਦੇ ਆ ਹੈ ਨਾ। ਤਾਂ ਮਾਮਾ ਜੀ ਦੇ ਅਚਾਨਕ ਮਨ 'ਚ ਆ ਗਿਆ, ਉਹਨਾਂ ਨੂੰ ਲੱਗਿਆ ਕਿ ਕਿਉਂ ਨਾ ਆਪਾਂ ਚੈਰੀ ਦੇ ਰਿਸ਼ਤੇ ਦੀ ਗੱਲ ਚਲਾਈਏ, ਲੜਕਾ ਇੰਨਾ ਅੱਛਾ ਵਧੀਆ ਵਿਚਾਰ ਨੇ ਹੈ ਨਾ। ਮੈਨੂੰ ਸਮਾਨ ਵੇਚਣਾ ਆਉਂਦਾ, ਮੈਨੂੰ ਆਪਣੇ ਆਪ ਨੂੰ ਵੀ ਵੇਚਣਾ ਆਉਂਦਾ ਤੇ ਮੈਂ ਸਾਰਿਆਂ ਨੂੰ ਇੰਪ੍ਰੈਸ ਕਰ ਲਿਆ ਕਿ ਮੈਂ ਹੀ ਤੁਹਾਡੀ ਲੜਕੀ ਲਈ ਠੀਕ ਹਾਂ। ਉਦੋਂ ਫਿਰ ਨਾਨਾ ਜੀ ਨੂੰ ਲੱਗਿਆ ਕਿ ਸ਼ਾਇਦ ਵਧੀਆ ਮੈਚ ਨਹੀਂ ਹੋਣਾ, ਤਾਂ ਉਹਨਾਂ ਨੇ ਮੰਮੀ ਨੂੰ ਮਨਾ ਕਰਤਾ, ਮਤਲਬ ਨਹੀਂ ਕਹਿੰਦੇ। ਤਾਂ ਇਹਨਾਂ ਦਾ ਉਸ ਤੋਂ ਬਾਅਦ ਕਿਤੇ ਹੋਰ ਰਿਸ਼ਤਾ ਹੋ ਗਿਆ ਕਿਉਂਕਿ ਮਾਮੀ ਦੀ ਕਿਤੇ ਫੇਰ ਗੱਲ ਹੋਈ ਹੋਣੀ ਆ। ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜਿੱਥੇ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਵੀ ਉਹ ਹੁਣ ਨਹੀਂ ਸਿਰੇ ਚੜ੍ਹ ਸਕਿਆ ਰਿਸ਼ਤਾ। ਤਾਂ ਮੇਰੇ ਬ੍ਰਦਰ ਨੇ ਮੈਨੂੰ ਜਾ ਕੇ ਜਦੋਂ ਕਿਹਾ ਕਿ ਲੜਕਾ ਬਹੁਤ ਅੱਛਾ ਲੱਗਿਆ, ਉਹ ਬਹੁਤ ਇੰਪ੍ਰੈਸ ਹੋਏ ਇਹਨਾਂ ਤੋਂ, ਤੇ ਮੈਨੂੰ ਕਹਿੰਦੇ ਵੀ ਤੂੰ ਦੇਖ ਲੈ ਵੀ ਕਿੱਦਾਂ ਤੈਨੂੰ ਲੱਗਦਾ ਵੀ ਐਜੂਕੇਸ਼ਨ ਦਾ ਤਾਂ ਡਿਫਰੈਂਸ ਹੈਗਾ ਹੈ ਨਾ। ਤਾਂ ਮੈਂ ਆਪਣੀਆਂ ਫਿਊਚਰ ਪਲੈਨਿੰਗਸ ਗੱਲਾਂ ਦੇ ਵਿੱਚ ਮੈਂ ਆਪਣੀ ਇਨਕਮ ਗੱਲਾਂ ਦੇ ਵਿੱਚ ਉਹਨਾਂ ਨੂੰ ਇਸ ਢੰਗ ਨਾਲ ਦੱਸੀ ਕਿ ਉਹਨਾਂ ਨੂੰ ਲੱਗਿਆ ਕਿ ਸਾਰਾ ਕੁਝ ਠੀਕ ਹੈ। ਮੇਰੇ ਸ਼ੁਰੂ ਤੋਂ ਵਿਚਾਰ ਇਹੀ ਸੀ ਕਿ ਜਿਹੜੀ ਸ਼ਕਲ ਹੈ ਉਹ ਵਨ ਟਾਈਮ ਅਟਰੈਕਸ਼ਨ ਹੁੰਦੀ ਹੈ। ਵਿਚਾਰ ਅੱਛੇ ਹੋਣਗੇ ਤਾਂ ਤੁਹਾਨੂੰ ਬੰਦਾ ਅੱਛਾ ਲੱਗਦਾ, ਜੇ ਉਹਦੇ ਵਿਚਾਰ ਵਧੀਆ ਨਹੀਂ, ਉਹ ਕਿੰਨਾ ਹੀ ਖੂਬਸੂਰਤ ਹੋਵੇ ਤੁਹਾਨੂੰ ਪਸੰਦ ਨਹੀਂ ਆਉਂਦਾ। ਮੇਰੇ ਮੁਕੱਦਰ ਇੱਧਰ ਸੀ ਤੇ ਇਸ ਕਰਕੇ ਮੈਂ ਦਿਲ ਦਾ ਵੀ ਸਾਫ਼ ਸੀ, ਇਸ ਕਰਕੇ ਮੈਨੂੰ ਫੇਸ ਵੀ ਵਧੀਆ ਮਿਲ ਗਿਆ ਔਰ ਨੀਅਤ ਵੀ ਵਧੀਆ ਮਿਲ ਗਈ। ਅਸੀਂ ਜਦੋਂ ਇਹਨਾਂ ਨੇ ਮੈਨੂੰ ਰੋਕਾ ਹੋਇਆ ਮੇਰਾ, ਤਾਂ ਇਹਨਾਂ ਨੂੰ ਮੈਂ ਦੇਖਿਆ ਤੇ ਮੈਨੂੰ ਬਹੁਤ ਅੱਛੇ ਲੱਗੇ। ਹੁਣ ਇਹ ਬਿਜ਼ਨਸ ਵੀ ਸੰਭਾਲਦੇ ਆ, ਘਰ ਵੀ ਸੰਭਾਲਦੇ, ਬੱਚੇ ਵੀ ਸੰਭਾਲਦੇ ਆ, ਮੈਂ ਐਸ਼ ਕਰਦਾ। ਜਿਹੜੇ ਵਿਆਹ ਤੋਂ ਪਹਿਲਾਂ ਘੰਟੋ ਘੰਟੇ ਗੱਲਾਂ ਕਰਦੇ ਰਹਿੰਦੇ ਆਪਸ ਵਿੱਚ, ਤਾਂ ਫਿਰ ਉਹ ਕੀ ਇੱਕ ਦੂਜੇ ਨੂੰ ਖੁਸ਼ ਕਰਨ ਵਾਸਤੇ ਵੱਡੀਆਂ ਗੱਲਾਂ ਕਰਦੇ ਆ। ਤਾਂ ਜਦੋਂ ਵਿਆਹ ਦੀ ਅਸਲੀਅਤ ਤੋਂ ਬਾਅਦ ਘਰਾਂ 'ਚ ਜੋ ਹੁੰਦਾ ਫਿਰ ਉਹ ਮਿਲਦਾ ਨਹੀਂ, ਤਾਂ ਫਿਰ ਉਹਨਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ। ਹਰੇਕ ਮਾਂ-ਬਾਪ ਨੂੰ ਇਹੀ ਚੰਗੇ ਲੱਗਦੇ ਕਿ ਤੁਸੀਂ ਕਿਸੇ ਦਾ ਕਿੰਨਾ ਆਦਰ ਸਤਿਕਾਰ ਕਰਦੇ ਹੋ, ਪਰ ਮੈਂ ਇਹਦੇ 'ਚ ਬਲੀਵ ਕਰਦਾ ਕਿ ਜੋ ਤੁਸੀਂ ਅੰਦਰੋਂ ਹੈਗੇ ਹੋ ਉਹੀ ਤੁਸੀਂ ਆਪਣਾ ਸ਼ੋਅ ਜ਼ਰੂਰ ਕਰੋ। ਇੱਕ ਵਾਰੀ ਇਦਾਂ ਹੀ ਹੋਇਆ, ਇਹ ਨਾ ਕਰੇਲੇ ਲਿਆਏ, ਮੈਂ ਕਦੀ ਬਣਾਏ ਨਹੀਂ ਸੀ ਕਰੇਲੇ, ਮੈਨੂੰ ਪਤਾ ਹੀ ਨਹੀਂ ਸੀ ਕਰੇਲੇ ਦੀ ਸਬਜ਼ੀ ਕਿੱਦਾਂ ਬਣਦੀ ਆ, ਪਰ ਮੈਂ ਕਦੀ ਮਨਾ ਨਹੀਂ ਕਰਦੀ ਸੀ, ਮੈਨੂੰ ਆਉਂਦੀ ਨਹੀਂ, ਮੈਨੂੰ ਲੱਗਦਾ ਸੀ ਵੀ ਫਿਰ ਇਹਨਾਂ ਨੂੰ ਇਹਨੇ ਚਾਅ ਨਾਲ ਲੈ ਕੇ ਆਏ ਆ ਹੈ ਨਾ। ਤਾਂ ਮੈਂ ਫਿਰ ਮੰਮਾ ਨੂੰ ਕਾਲ ਲਗਾ ਕੇ ਮੰਮਾ ਤੋਂ ਪੁੱਛ ਲਿਆ ਸਾਰੀ ਰੈਸਪੀ, ਮੰਮਾ ਨੇ ਮੈਨੂੰ ਦੱਸਤੀ। ਮੈਂ ਫਸਟ ਟਾਈਮ ਹੀ ਬਹੁਤ ਵਧੀਆ ਬਹੁਤ ਟੇਸਟੀ ਬਣਾਏ। ਮਤਲਬ ਸਾਨੂੰ ਖਾਣ ਨੂੰ ਮਿਲ ਰਿਹਾ ਤੇ ਬਹੁਤ ਅੱਛੀ ਗੱਲ ਹੈ, ਉਹਦੀ ਕਦਰ ਕਰਨੀ ਚਾਹੀਦੀ ਹੈ। ਪਰ ਵੈਸੇ ਖਾਣਾ ਬਹੁਤ ਸਵਾਦ ਬਣਾਉਂਦੇ ਆ, ਸੱਚੀ ਗੱਲ ਹੈ। ਮਤਲਬ ਸ਼ਨੀਵਾਰ ਮੇਰਾ ਸ਼ਗਨ ਸੀ, ਐਤਵਾਰ ਬਰਾਤ ਸੀਗੀ, ਤਾਂ ਮੈਂ ਸ਼ੁੱਕਰਵਾਰ ਪਿੰਡ ਗਿਆ ਸੀ। ਅੱਛਾ ਜੀ। ਸ਼ੁੱਕਰਵਾਰ ਗਿਆ, ਸ਼ਨੀਵਾਰ ਤੇ ਐਤਵਾਰ, ਉਸ ਤੋਂ ਬਾਅਦ ਸੋਮਵਾਰ ਮੈਂ ਬੁੱਧਵਾਰ ਵਾਪਸ ਆ ਗਿਆ ਸੀ ਆਪਣੇ ਕੰਮ ਤੇ। ਕਿ ਅਸੀਂ ਇਹਨਾਂ ਨੇ ਮੇਰੇ ਮਤਲਬ ਇਹ ਵੀ ਵਿਸ਼ ਪੂਰੀ ਕੀਤੀ, ਲੰਡਨ, ਸਵਿਟਜ਼ਰਲੈਂਡ ਹੈ ਨਾ, ਸਾਰੇ ਜਗ੍ਹਾ ਘੁਮਾਇਆ ਜਿੱਥੇ ਮੇਰਾ ਕਦੇ ਡ੍ਰੀਮ ਹੁੰਦਾ ਸੀਗਾ। ਮੈਂ ਸਿਰਫ 1000 ਰੁਪਏ ਨਾਲ ਬਿਜ਼ਨਸ ਸਟਾਰਟ ਕੀਤਾ ਸੀ ਤੇ ਅੱਜ ਸਾਡੀਆਂ 2 ਫੈਕਟਰੀਆਂ, ਬਹੁਤ ਕੁਛ ਹੈ। ਔਰ ਪੂਰੇ ਨਾਰਥ ਇੰਡੀਆ ਦੇ ਵਿੱਚ ਸਾਡੇ ਕੋਲੇ 750 ਲੋਕ ਕੰਮ ਕਰ ਰਹੇ ਆ। ਆਂਗਨ ਸਾਡੇ ਚੀਕੜਾ ਜੀ ਕਿਨੇ ਡੋਲਿਆ ਪਾਣੀ, ਆਂਗਨ ਸਾਡੇ ਚੀਕੜਾ ਜੀ ਕਿਨੇ ਡੋਲਿਆ ਪਾਣੀ, ਦਾਦੇ ਪੋਤਰਾ ਨਾਤੜਾ ਜੀ ਉਹਨੇ ਡੋਲਿਆ ਪਾਣੀ। ਹਰ ਵਾਰ ਕੋਸ਼ਿਸ਼ ਕਰੀਦੀ ਹੈ ਕਿ ਵੱਖੋ ਵੱਖਰੀਆਂ ਪਰਸਨੈਲਿਟੀਜ਼ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ। ਸੋ ਅੱਜ ਦੀ ਇੰਟਰਵਿਊ ਕਾਫੀ ਖਾਸ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਕੋਈ ਲਵ ਮੈਰਿਜ ਬਾਰੇ ਕੋਈ ਵੀ ਸਟੋਰੀ ਨਹੀਂ ਦੱਸਣੀ, ਬਲਕਿ ਅਰੇਂਜ ਮੈਰਿਜ ਦਾ ਕਿੱਸਾ ਦਰਸ਼ਕਾਂ ਦੇ ਰੂਬਰੂ ਕਰਨਾ ਹੈ। ਸੋ ਸਾਡੇ ਨਾਲ ਮਿਸਟਰ ਐਂਡ ਮਿਸਿਸ ਚੀਮਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ। ਥੈਂਕ ਯੂ ਜੀ। ਤੇ ਕਿਵੇਂ ਦੀ ਚੱਲ ਰਹੀ ਹੈ ਸਰ ਜ਼ਿੰਦਗੀ, ਕਿਵੇਂ ਦੀ ਮੈਮ ਤੁਹਾਡੀ ਚੱਲਦੀ ਪਈ ਹੈ? ਬਹੁਤ ਅੱਛੀ ਮੈਮ, ਬਹੁਤ ਵਧੀਆ ਚੱਲ ਰਹੀ ਹੈ ਜੀ। ਸਰ ਤੁਸੀਂ ਉਦਾਸ ਲੱਗਦੇ ਪਏ ਹੋ। ਤੁਸੀਂ ਜ਼ਿਆਦਾ ਨੇੜੇ ਬਿਠਾਤਾ ਨਾ ਤਾਂ ਡਰ ਲੱਗਦਾ ਜੀ। ਤੇ ਮੈਮ ਜੀ ਤੁਹਾਡੀ ਗੱਲ ਕਰੀਏ ਤੁਹਾਡੇ ਦੋਨਾਂ ਦੀ ਮੁਲਾਕਾਤ ਦੀ, ਤਾਂ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ? ਸਾਡੇ ਵਿਆਹ ਨੂੰ 20 ਸਾਲ ਹੋ ਗਏ ਜੀ। ਅੱਛਾ 20 ਸਾਲ ਹੋ ਗਏ। ਹਾਂਜੀ 20 ਸਾਲ। ਮਿਲੇ ਕਿਵੇਂ ਸੀ ਤੁਸੀਂ?
ਅਸੀਂ ਐਕਚੁਅਲੀ ਸਾਡੀ ਪਿਓਰਲੀ ਅਰੇਂਜ ਮੈਰਿਜ ਸੀਗੀ। ਮੇਰੇ ਮਾਮਾ ਜੀ ਨੇ ਰਿਸ਼ਤਾ ਕਰਵਾਇਆ ਸੀਗਾ। ਐਕਚੁਅਲੀ ਸਾਡੀ ਨਾ ਇੰਟਰਸਟਿੰਗ ਆ ਸਟੋਰੀ ਸਾਡੇ ਵਿਆਹ ਦੀ ਜੀ। ਤਾਂ ਕਿਉਂਕਿ ਨਾ ਸਾਡਾ ਪਹਿਲਾਂ ਮਤਲਬ 6 ਮਹੀਨੇ ਪਹਿਲਾਂ ਗੱਲ ਚੱਲ ਕੇ ਨਾ ਇੱਕ ਵਾਰੀ ਬੰਦ ਹੋ ਗਈ, ਕਿਉਂਕਿ ਮੇਰੇ ਨਾਨਾ ਜੀ ਨੂੰ ਮਤਲਬ ਸੀਗਾ ਥੋੜਾ ਜਿਹਾ ਕਿ ਸ਼ਾਇਦ ਅੱਛਾ ਮੈਚ ਨਹੀਂ ਹੋਣਾ ਇਹਨਾਂ ਦਾ ਆਪਸ ਵਿੱਚ, ਤਾਂ ਉਦੋਂ ਫਿਰ ਉਸ ਤੋਂ ਬਾਅਦ ਬੰਦ ਹੋ ਗਈ। ਫਿਰ ਉਸ ਤੋਂ ਬਾਅਦ ਦੁਬਾਰਾ 6 ਮਹੀਨਿਆਂ ਬਾਅਦ ਸ਼ੁਰੂ ਹੋਈ। ਤਾਂ ਬਾਕੀ ਸਾਰ ਦੱਸ ਦਿਆ ਤੁਹਾਨੂੰ। ਹਾਂਜੀ, ਇਦਾਂ ਕਿਉਂ ਕਿ ਮਤਲਬ ਅੱਛਾ ਮੈਚ ਕਿਉਂ ਨਹੀਂ? ਇੰਨੀ ਸੋਹਣੀ ਤਾਂ ਜੋੜੀ ਹੈ, ਇੰਨੇ ਸੋਹਣੇ ਲੱਗਦੇ ਪਏ ਸਰ ਤੁਸੀਂ। ਨਹੀਂ ਹੁਣ ਤਾਂ ਬਣ ਗਈ ਹੈ, ਹੁਣ ਤਾਂ ਲੱਗਣੀ ਹੋਈ ਹੈ। ਹਾਂਜੀ। ਤੇ ਉਹ ਇਸ ਤਰ੍ਹਾਂ ਸੀਗਾ ਕਿਉਂਕਿ ਥੋੜੀ ਵਿੱਚੋਂ ਗੱਲ ਛੁਪਾ ਰਹੇ ਆ ਜਾਂ ਦੱਸਣ ਦੀ ਹਿੰਮਤ ਨਹੀਂ ਕਰ ਰਹੇ। ਤਾਂ ਕਿਉਂਕਿ ਇਹ ਸਾਰੀ ਫੈਮਿਲੀ ਪੜ੍ਹੇ ਲਿਖੇ 5 ਭੈਣ ਭਰਾ ਨੇ, 5 ਹੀ ਮਾਸਟਰਸ ਨੇ, ਐਮਏ ਕੀਤੀ ਹੋਈ ਹੈ। ਇਹ ਐਮਏ ਇਕਨੋਮਿਕਸ ਨੇ ਔਰ ਫਾਦਰ ਸਾਹਿਬ ਵੀ ਪ੍ਰੋਫੈਸਰ ਸੀਗੇ। ਤੇ ਘਰ ਦੇ ਵਿੱਚ ਸਾਰਾ ਪੜ੍ਹਾਈ ਵਾਲਾ ਮਾਹੌਲ, ਮਤਲਬ 7000 ਬੁੱਕ ਦੀ ਲਾਇਬ੍ਰੇਰੀ ਹੈ ਘਰ ਦੇ ਵਿੱਚ। ਤਾਂ ਨਾਨਾ ਜੀ ਵੀ ਪਾਇਲਟ ਸਿਲੈਕਟ ਹੋ ਗਏ ਸੀ ਉਸ ਵੇਲੇ ਅੰਗਰੇਜ਼ਾਂ ਵੇਲੇ, ਤੇ ਲੇਕਿਨ ਉਹਨਾਂ ਨੇ ਜੁਆਇਨ ਨਹੀਂ ਕੀਤਾ। ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਮੇਰੀ ਐਜੂਕੇਸ਼ਨ, ਮੈਂ ਅੰਡਰ ਗ੍ਰੈਜੂਏਟ ਹਾਂ ਐਕਚੁਅਲੀ, +2 ਤੋਂ ਬਾਅਦ ਮੈਂ ਸੈਕੰਡ ਈਅਰ ਮੈਂ ਅੱਗੇ ਗਿਆ ਨਹੀਂ, ਮੈਂ ਬਿਜ਼ਨਸ ਪੈ ਗਿਆ। ਤਾਂ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਵਿਚਾਰ ਨਹੀਂ ਮਿਲਣੇ ਆਪਸ ਵਿੱਚ, ਕਿ ਲੜਕੀ ਜ਼ਿਆਦਾ ਪੜ੍ਹੀ ਲਿਖੀ ਹੋਈ ਹੈ, ਲੜਕਾ ਘੱਟ ਪੜ੍ਹਿਆ ਲਿਖਿਆ, ਤਾਂ ਫਿਰ ਆਪਾਂ ਨੂੰ ਪ੍ਰੋਬਲਮ ਆਊਗੀ। ਤਾਂ ਉਹਨਾਂ ਨੇ ਮਨਾ ਕਰ ਦਿੱਤਾ ਸੀ। ਬਿਲਕੁਲ। ਤੇ ਮੈਮ ਜਦੋਂ ਮਨਾ ਹੋ ਗਈ ਸਾਰੀ ਗੱਲ, ਹੈ ਨਾ, ਤੁਸੀਂ ਪਹਿਲਾਂ ਇੱਕ ਦੂਜੇ ਨੂੰ ਵੇਖਿਆ ਸੀ, ਮਿਲੇ ਸੀਗੇ? ਨਹੀਂ, ਅਸੀਂ ਮਤਲਬ ਸਿਰਫ ਗੱਲ ਹੀ ਚੱਲੀ ਸੀ, ਅਸੀਂ ਦੇਖਿਆ ਨਹੀਂ ਸੀ ਇੱਕ ਦੂਜੇ ਨੂੰ। ਤਾਂ ਜਦੋਂ ਐਕਚੁਅਲੀ ਮੇਰੇ ਨਾ ਮਾਮਾ ਜੀ ਆ ਜਿਨ੍ਹਾਂ ਨੇ ਰਿਸ਼ਤਾ ਕਰਵਾਇਆ, ਤਾਂ ਮੇਰੇ ਮਾਮਾ ਜੀ, ਇਹਨਾਂ ਨੂੰ ਸਾਡੀ ਫੈਮਿਲੀ ਮਤਲਬ ਰਿਸ਼ਤੇਦਾਰੀ ਸੀਗੀ ਇਹਨਾਂ ਦਾ। ਐਕਚੁਅਲੀ ਇਹਨਾਂ ਨੇ 21 ਸਾਲ ਦੀ ਉਮਰ 'ਚ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀ, ਇੰਡੀਪੈਂਡੈਂਟ। ਕੀ ਬਾਤ ਹੈ ਸਰ, ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਬਿਜ਼ਨਸ ਵਾਲੀ ਲਾਈਨ 'ਚ। ਹਾਂਜੀ, ਮੇਰੇ ਉਹ ਬਿਜ਼ਨਸ ਦੀਆਂ ਕਹਾਣੀਆਂ ਤਾਂ ਉਹ ਖੈਰ ਬਹੁਤ ਲੰਬੀ ਕਹਾਣੀ ਹੈ, ਉਹ ਕਿਤੇ ਫੇਰ ਮੌਕਾ ਮਿਲਿਆ ਆਪਾਂ ਗੱਲ ਕਰਾਂਗੇ। ਕਿਉਂਕਿ ਮੈਨੂੰ ਇੰਡੀਆ ਟੂਡੇ ਵੱਲੋਂ ਵੀ ਅਵਾਰਡ ਮਿਲ ਚੁੱਕੇ ਇਸ ਚੀਜ਼ ਦੇ ਉੱਤੇ, ਔਰ ਪੰਜਾਬ ਗਵਰਨਮੈਂਟ ਵੱਲੋਂ ਵੀ ਅਵਾਰਡ ਮਿਲ ਚੁੱਕਿਆ, ਕਿਉਂਕਿ ਮੈਂ ਸਿਰਫ 1000 ਰੁਪਏ ਨਾਲ ਬਿਜ਼ਨਸ ਸਟਾਰਟ ਕੀਤਾ ਸੀ ਤੇ ਅੱਜ ਸਾਡੀਆਂ 2 ਫੈਕਟਰੀਆਂ, ਬਹੁਤ ਕੁਛ ਹੈ। ਔਰ ਪੂਰੇ ਨਾਰਥ ਇੰਡੀਆ ਦੇ ਵਿੱਚ ਸਾਡੇ ਕੋਲੇ 750 ਲੋਕ ਕੰਮ ਕਰ ਰਹੇ ਆ। ਕੀ ਬਾਤ ਤਾਂ ਉਹ ਕਹਾਣੀ ਅਲੱਗ ਹੈ, ਅੱਜ ਆਪਾਂ ਇਹੀ ਗੱਲ ਕਰਦੇ ਹਾਂ ਜੀ। ਹਾਂਜੀ, ਇਹਨਾਂ ਦਾ ਨਾ ਇੱਕ ਮਤਲਬ ਆਫਿਸ ਸੀਗਾ ਫਰੀਦਕੋਟ। ਤਾਂ ਬਾਈ ਚਾਂਸ ਮੇਰੇ ਮਾਮਾ ਜੀ ਉੱਥੇ ਇੱਕ ਮੈਰਿਜ ਅਟੈਂਡ ਕਰਨ ਗਏ ਹੋਏ ਸੀਗੇ। ਤਾਂ ਕਿਉਂਕਿ ਉਹ ਇਹਨਾਂ ਨੂੰ ਜਾਣਦੇ ਸੀ, ਉਹਨਾਂ ਨੇ ਸੋਚਿਆ ਚਲੋ ਮੈਂ ਮਿਲ ਕੇ ਆਉਣਾ। ਜਦੋਂ ਇਹਨਾਂ ਨੂੰ ਉੱਥੇ ਆਫਿਸ ਮਿਲੇ ਤਾਂ ਉਹ ਇੰਨੇ ਇੰਪ੍ਰੈਸ ਹੋਏ ਇਹਨਾਂ ਦਾ ਸਾਰਾ ਦੇਖ ਕੇ, ਸਿਸਟਮ ਦੇਖ ਕੇ, ਇਹਨਾਂ ਦੀ ਗੱਲਬਾਤ ਤੋਂ। ਤਾਂ ਮੇਰਾ ਮਤਲਬ ਮੈਨੂੰ ਚੈਰੀ ਚੈਰੀ ਕਹਿੰਦੇ ਆ, ਘਰ ਨਿਕਨੇਮ ਚੈਰੀ ਆ। ਸਰ ਤੁਸੀਂ ਵੀ ਚੈਰੀ ਕਹਿੰਦੇ ਹੋ ਜਾਂ ਕੁਝ ਹੋਰ ਕਹਿੰਦੇ ਹੋ? ਨਹੀਂ, ਮੈਂ ਅਮਨ ਹੀ ਕਹਿੰਦਾ, ਇਹਨਾਂ ਨੂੰ ਅਮਨ ਹੀ ਪਸੰਦ ਆ। ਹਾਂਜੀ, ਇਹ ਅਮਨ ਹੀ ਕਹਿੰਦੇ ਕਿਉਂਕਿ ਮੈਂ ਸ਼ਾਂਤੀ ਪਸੰਦ ਬੰਦਾ, ਇਸ ਕਰਕੇ ਅਮਨ ਹੀ ਕਹਿੰਦਾ। ਓਕੇ। ਤਾਂ ਉਹਨਾਂ ਨੂੰ ਲੱਗਿਆ ਕਿ ਕਿਉਂਕਿ ਮੇਰੀ ਹੁਣ ਵਿਆਹ ਵਾਲੀ ਏਜ ਸੀਗੀ ਉਦੋਂ, ਤਾਂ ਮਾਮਾ ਜੀ ਦੇ ਅਚਾਨਕ ਮਨ 'ਚ ਆ ਗਿਆ। ਉਹਨਾਂ ਨੂੰ ਲੱਗਿਆ ਕਿ ਕਿਉਂ ਨਾ ਆਪਾਂ ਚੈਰੀ ਦੇ ਰਿਸ਼ਤੇ ਦੀ ਗੱਲ ਚਲਾਈਏ, ਲੜਕਾ ਇੰਨਾ ਅੱਛਾ, ਵਧੀਆ ਵਿਚਾਰ ਨੇ, ਹੈ ਨਾ। ਤਾਂ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੰਮੀ ਨਾਨਕੇ ਗਏ ਤਾਂ ਉਹਨਾਂ ਨੇ ਮੰਮੀ ਨਾਲ ਇਹ ਗੱਲ ਸ਼ੇਅਰ ਕੀਤੀ, ਤੇ ਕੋਲ ਨਾਨਾ ਜੀ ਸੀਗੇ। ਉਦੋਂ ਫਿਰ ਨਾਨਾ ਜੀ ਨੂੰ ਲੱਗਿਆ ਕਿ ਸ਼ਾਇਦ ਵਧੀਆ ਮੈਚ ਨਹੀਂ ਹੋਣਾ, ਤਾਂ ਉਹਨਾਂ ਨੇ ਮੰਮੀ ਨੂੰ ਮਨਾ ਕਰਤਾ, ਮਤਲਬ ਨਹੀਂ ਕਹਿੰਦੇ। ਤਾਂ ਇਹਨਾਂ ਦਾ ਉਸ ਤੋਂ ਬਾਅਦ ਕਿਤੇ ਹੋਰ ਰਿਸ਼ਤਾ ਹੋ ਗਿਆ। ਤਾਂ ਇਹਨਾਂ ਦਾ ਜਦੋਂ ਰਿਸ਼ਤਾ ਹੋ ਗਿਆ, ਇਹਨਾਂ ਦੀ ਵੀ ਗੱਲ ਮਤਲਬ ਸਿਰੇ ਨਹੀਂ ਚੜ ਸਕੀ, ਕਈ ਕਾਰਨ ਹੋ ਗਏ ਜਿਨ੍ਹਾਂ ਕਾਰਨਾਂ ਕਰਕੇ ਉਹ ਨਹੀਂ ਗੱਲ ਬਣੀ। ਤਾਂ ਮੇਰੇ ਮੰਮਾ ਨੇ 6 ਮਹੀਨੇ ਬਾਅਦ ਨਾ ਦੁਬਾਰਾ ਸੋਚਿਆ, ਮੇਰੇ ਹੋਰ ਦੇਖਦੇ ਪਏ ਸੀਗੇ ਰਿਸ਼ਤੇ, ਕੋਈ ਨਹੀਂ ਪਸੰਦ ਆ ਰਿਹਾ ਸੀ। ਮੰਮਾ ਨੂੰ ਲੱਗਿਆ ਕਿ ਨਾਨਕਿਆਂ ਵੱਲੋਂ ਦੇਖਿਆ ਭਾਲਿਆ ਮੁੰਡਾ ਸੀਗਾ, ਆਪਾਂ ਦੁਬਾਰਾ ਪੁੱਛਦੇ ਹਾਂ, ਹੈ ਨਾ। ਕਹਿੰਦੇ ਅੱਛਾ ਹੀ ਸੀਗਾ ਵੀ ਆਪਾਂ ਦੁਬਾਰਾ ਗੱਲ ਸ਼ੁਰੂ ਕਰੀਏ। ਤਾਂ ਉਹਨਾਂ ਨੇ ਜਦੋਂ ਦੁਬਾਰਾ ਫੋਨ ਕੀਤਾ ਮੇਰੇ ਮਾਮੀ ਜੀ ਨੂੰ, ਤੇ ਮੇਰੇ ਮਾਮੀ ਜੀ ਨੂੰ ਤਾਂ ਇਹ ਇਨਫੋਰਮੇਸ਼ਨ ਆ ਗਈ ਸੀ ਵੀ ਇਹਨਾਂ ਦਾ ਕਿਤੇ ਹੋਰ ਹੋ ਗਿਆ ਰਿਸ਼ਤਾ, ਹੈ ਨਾ। ਤਾਂ ਉਹਨਾਂ ਨੇ ਮੰਮੀ ਨੂੰ ਕਹਿਤਾ, ਨਹੀਂ ਤੁਸੀਂ ਹੁਣ ਤਾਂ ਲੇਟ ਹੋ ਗਏ, ਵੀ ਉਹ ਤਾਂ ਮੰਗਿਆ ਗਿਆ ਲੜਕਾ। ਤਾਂ ਉਸ ਤੋਂ ਬਾਅਦ ਕਿਉਂਕਿ ਮਾਮੀ ਦੀ ਕਿਤੇ ਫੇਰ ਗੱਲ ਹੋਈ ਹੋਣੀ ਆ, ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜਿੱਥੇ ਇਹਨਾਂ ਦੀ ਇੰਗੇਜਮੈਂਟ ਹੋਈ ਸੀ ਵੀ ਉਹ ਹੁਣ ਨਹੀਂ ਸਿਰੇ ਚੜ ਸਕਿਆ ਰਿਸ਼ਤਾ। ਤਾਂ ਉਹ ਕਹਿੰਦੇ ਵੀ ਫਿਰ ਉਹਨਾਂ ਨੇ ਜਦੋਂ ਇਹ ਪਤਾ ਲੱਗਿਆ ਤੇ ਉਹਨਾਂ ਨੇ ਮੰਮੀ ਨੂੰ ਦੁਬਾਰਾ ਕਾਲ ਕੀਤੀ। ਮੰਮੀ ਨੂੰ ਕਹਿੰਦੇ ਉੱਥੇ ਤਾਂ ਉਹਨਾਂ ਦਾ ਮਤਲਬ ਨਹੀਂ ਹੋ ਸਕਿਆ ਕਿਸੇ ਕਾਰਨ ਕਰਕੇ, ਤੁਸੀਂ ਹੁਣ ਦੇਖ ਸਕਦੇ ਹੋ, ਫ੍ਰੀ ਆ ਲੜਕਾ ਹੁਣ ਉਹ, ਤੇ ਤੁਸੀਂ ਦੇਖਾ ਦਿਖਾਈ ਜੇ ਕਰਨੀ ਹੈ ਤਾਂ ਤੁਸੀਂ ਰੱਖ ਲਓ। ਵੀ ਉਹ ਲੜਕਾ ਜਲੰਧਰ ਆ, ਉਹਦਾ ਬਿਜ਼ਨਸ। ਤਾਂ ਸਾਡਾ ਕਿਉਂਕਿ ਪਿੰਡ ਆ ਗੁਰੂ ਹਰਸਾਏ ਕੋਲ ਨਾ, ਚੁੱਗਾ ਪਿੰਡ ਆ ਸਾਡਾ, ਤੇ ਕਹਿੰਦੇ ਆਪਾਂ ਪਿੰਡ ਬੁਲਾ ਲੈਂਦੇ ਆ ਤੇ ਆਪਾਂ ਰੱਖ ਲੈਂਦੇ ਆ। ਫਿਰ ਚਲੋ ਇਹਨਾਂ ਨੂੰ ਬੁਲਾ ਲਿਆ ਤੇ ਦੇਖਣ ਦਾ ਪ੍ਰੋਗਰਾਮ ਹੋ ਗਿਆ। ਮੇਰੇ ਨਾਨਾ ਜੀ, ਮੇਰੇ ਫਾਦਰ, ਮੇਰੇ ਬ੍ਰਦਰ ਸਾਰੇ ਮਤਲਬ ਦੇਖਣ ਗਏ ਇਹਨਾਂ ਨੂੰ।
ਤਾਂ ਇਹਨਾਂ ਨੂੰ ਜਦੋਂ ਮਿਲੇ, ਸਾਡੇ ਪਰਿਵਾਰ ਨੂੰ ਮਿਲੇ, ਸਾਡੇ ਡੈਡੀ ਦੀ ਵੀ ਬਹੁਤ ਅੱਛੀ ਆ ਨੇਚਰ, ਸਾਰਾ ਪਰਿਵਾਰ ਹੀ ਬਹੁਤ ਮਿਲਾਪੜਾ ਪਰਿਵਾਰ ਆ ਸਾਡਾ। ਤੇ ਜਦੋਂ ਇਹ ਸਾਰੀ ਗੱਲਬਾਤ ਹੋਈ, ਪਰਿਵਾਰ ਨਾਲ ਮਿਲੇ, ਉਹਨਾਂ ਨੂੰ ਇੰਨਾ ਅੱਛਾ ਲੱਗਿਆ ਤੇ ਉਹ ਮਤਲਬ ਬਹੁਤ ਖੁਸ਼ ਹੋਏ ਉਹ। ਤਾਂ ਮੇਰੇ ਬ੍ਰਦਰ ਨੇ ਮੈਨੂੰ ਜਾ ਕੇ ਜਦੋਂ ਕਿਹਾ ਕਿ ਲੜਕਾ ਬਹੁਤ ਅੱਛਾ ਲੱਗਿਆ, ਉਹ ਬਹੁਤ ਇੰਪ੍ਰੈਸ ਹੋਏ ਇਹਨਾਂ ਤੋਂ। ਤੇ ਮੈਨੂੰ ਕਹਿੰਦੇ ਵੀ ਤੂੰ ਦੇਖ ਲੈ ਵੀ ਕਿੱਦਾਂ ਤੈਨੂੰ ਲੱਗਦਾ ਵੀ ਐਜੂਕੇਸ਼ਨ ਦਾ ਤਾਂ ਡਿਫਰੈਂਸ ਹੈਗਾ ਹੈ ਨਾ। ਤਾਂ ਮੈਂ ਫਿਰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਵੀ ਡਿਗਰੀ ਕੋਈ ਮੱਥੇ ਤੇ ਥੋੜੀ ਲਿਖੀ ਹੁੰਦੀ ਹੈ ਕਿਸੇ ਦੀ, ਇਨਸਾਨ ਦੇ ਵਿਚਾਰ ਅੱਛੇ ਹੋਣੇ ਚਾਹੀਦੇ ਆ, ਹੈ ਨਾ। ਤਾਂ ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਆ। ਤੇ ਇਹ ਤਾਂ ਮਾਮੂਲੀ ਗੱਲਾਂ, ਬਾਕੀ ਉਹ ਮਿਹਨਤੀ ਆ, ਹੈ ਨਾ, ਜਿਨ੍ਹਾਂ ਨੇ ਆਪਣਾ ਬਿਜ਼ਨਸ ਇੰਨੀ ਛੋਟੀ ਏਜ 'ਚ ਸੈੱਟ ਕੀਤਾ। ਤਾਂ ਮੈਂ ਕਿਹਾ ਵੀ ਜੇ ਤੁਹਾਨੂੰ ਵੀ ਲੱਗਦਾ, ਫਿਰ ਮੈਨੂੰ ਲੱਗਦਾ ਮੇਰੇ ਲਈ ਰਾਈਟ ਆ ਇਹੀ ਪਰਸਨ ਮੇਰੇ ਲਈ ਰਾਈਟ ਆ, ਤੇ ਤੁਸੀਂ ਇੱਥੇ ਹੀ ਮਤਲਬ ਕਰ ਲਓ ਫਾਈਨਲ। ਮੈਂ ਕਿਉਂਕਿ ਮਿਲੀ ਵੀ ਨਹੀਂ ਸੀਗੀ, ਪਰ ਜਦੋਂ ਉਹਨਾਂ ਨੇ ਇੰਨਾ ਮੈਨੂੰ ਮਤਲਬ ਕੀਤਾ, ਇਹਨਾਂ ਦੇ ਬਾਰੇ ਦੱਸਿਆ, ਇੰਨੇ ਪ੍ਰਭਾਵਿਤ ਹੋਏ ਮੇਰੇ ਬ੍ਰਦਰ, ਤਾਂ ਮੈਂ ਵੀ ਉਸੇ ਟਾਈਮ ਹੀ ਫੈਸਲਾ ਕਰ ਲਿਆ ਕਿ ਠੀਕ ਆ, ਫਿਰ ਮੇਰੇ ਲਈ ਇਹੀ ਰਾਈਟ ਚੋਇਸ ਆ ਜੀ। ਹਾਂਜੀ ਸਰ ਰਿਸ਼ਤਾ ਕਿਤੇ ਹੋਰ ਹੋ ਗਿਆ ਸੀ, ਫਿਰ ਕਿਹੜੀ ਚੀਜ਼ ਮੈਡਮ ਵੱਲ ਖਿੱਚ ਲਈ ਤੁਹਾਨੂੰ? ਵੈਸੇ ਤਾਂ ਆਪਾਂ ਕਹਿੰਦੇ ਕਿ ਜੋੜੀਆਂ ਰੱਬ ਬਣਾਉਂਦਾ। ਬਿਲਕੁਲ। ਉਹ ਇਹ ਸੱਚੀ ਗੱਲ ਵੀ ਹੈ ਕਿ ਜਿੱਥੇ ਤੁਹਾਡੇ ਮੁਕੱਦਰ ਹੋਣ ਉੱਥੇ ਹੀ ਤੁਹਾਡਾ ਰਿਸ਼ਤਾ ਹੁੰਦਾ। ਤਾਂ ਜੇ ਆਪਾਂ ਧੱਕੇ ਨਾ ਕਰ ਲਈਏ ਤਾਂ ਬਾਅਦ 'ਚ ਟੁੱਟ ਜਾਂਦਾ ਕਈ ਵਾਰ। ਤਾਂ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ, ਕਿਉਂਕਿ ਮੇਰੇ ਸ਼ੁਰੂ ਤੋਂ ਵਿਚਾਰ ਇਹੀ ਸੀ ਕਿ ਜਿਹੜੀ ਸ਼ਕਲ ਹੈ ਉਹ ਵਨ ਟਾਈਮ ਅਟਰੈਕਸ਼ਨ ਹੁੰਦੀ ਹੈ। ਵਿਚਾਰ ਅੱਛੇ ਹੋਣਗੇ ਤਾਂ ਤੁਹਾਨੂੰ ਬੰਦਾ ਅੱਛਾ ਲੱਗਦਾ, ਜੇ ਉਹਦੇ ਵਿਚਾਰ ਵਧੀਆ ਨਹੀਂ, ਉਹ ਕਿੰਨਾ ਹੀ ਖੂਬਸੂਰਤ ਹੋਵੇ ਤੁਹਾਨੂੰ ਪਸੰਦ ਨਹੀਂ ਆਉਂਦਾ। ਤਾਂ ਇਸ ਕਰਕੇ ਮੇਰਾ ਥਾਟ ਇਹ ਸੀ ਕਿ ਮੈਂ ਲੜਕੀ ਦੇਖ ਕੇ ਕਦੇ ਵੀ ਛੱਡਣੀ ਨਹੀਂ ਹੈ। ਤਾਂ ਪਰਿਵਾਰ ਅੱਛਾ ਹੋਣਾ ਚਾਹੀਦਾ, ਗੱਲਬਾਤ ਠੀਕ ਹੋਣੀ ਚਾਹੀਦੀ। ਰਿਸ਼ਤਾ ਹੋ ਗਿਆ, ਪਰ ਬਾਅਦ 'ਚ ਕੁਝ ਗੱਲਾਂ ਇੱਦਾਂ ਦੀਆਂ ਨਿਕਲੀਆਂ ਜਿਹੜੀਆਂ ਮੈਨੂੰ ਲੱਗਿਆ ਕਿ ਝੂਠ ਜਿਨ੍ਹਾਂ ਦੀ ਬੁਨਿਆਦ ਸੀਗੀ। ਤਾਂ ਫਿਰ ਮੈਨੂੰ ਲੱਗਿਆ ਕਿ ਰਿਸ਼ਤਾ ਜ਼ਿਆਦਾ ਦੇਰ ਨਹੀਂ ਇੱਦਾਂ ਚੱਲ ਸਕਦਾ, ਤੇ ਕਿਉਂ ਨਾ ਆਪਾਂ ਇਹਨੂੰ ਸ਼ੁਰੂ ਹੀ ਨਾ ਕਰੀਏ, ਕਿਉਂਕਿ ਜਦੋਂ ਕੋਈ ਪੁਖਤਾ ਝੂਠ ਤੁਹਾਡੇ ਸਾਹਮਣੇ ਆ ਜਾਣ ਤਾਂ ਫਿਰ ਚੰਗੇ ਨਹੀਂ ਲੱਗਦੇ। ਤਾਂ ਉਹ ਮੇਰੇ ਮੁਕੱਦਰ ਇੱਧਰ ਸੀ, ਤੇ ਇਸ ਕਰਕੇ ਮੈਂ ਦਿਲ ਦਾ ਵੀ ਸਾਫ਼ ਸੀ, ਇਸ ਕਰਕੇ ਮੈਨੂੰ ਫੇਸ ਵੀ ਵਧੀਆ ਮਿਲ ਗਿਆ ਔਰ ਨੀਅਤ ਵੀ ਵਧੀਆ ਮਿਲ ਗਈ। ਕੀ ਬਾਤ ਹੈ। ਤੇ ਮੈਮ ਜਦੋਂ ਤੁਹਾਡਾ ਰਿਸ਼ਤਾ ਹੋਇਆ ਹੈ ਨਾ, ਤੇ ਮਤਲਬ ਕਿੱਦਾਂ ਐਮਬੈਰਸ ਵਗੈਰਾ ਫੀਲ ਕੀਤਾ ਕਿ ਅਰੇਂਜ ਮੈਰਿਜ ਦੇ ਵਿੱਚ ਨਾ ਤੇ ਇਹ ਬੰਦਾ ਇੱਕ ਦੂਜੇ ਨੂੰ ਜਾਣਦਾ ਹੁੰਦਾ ਨਾ, ਤੇ ਪੁਰਾਣੇ ਸਮਿਆਂ ਦੇ ਵਿੱਚ ਇਹ ਵੀ ਨਹੀਂ ਸੀਗਾ ਕਿ ਫੋਨ ਤੇ ਗੱਲ ਕਰ ਲਈ ਜਾਂ ਕਿਵੇਂ, ਹੈ ਨਾ? ਨਹੀਂ, ਅਸੀਂ ਫੋਨ ਤੇ ਗੱਲ ਕਰਦੇ ਸੀਗੇ। ਸਾਡੀ ਤਾਂ ਐਡਵਾਂਸ ਫੈਮਿਲੀ ਸੀਗੀ ਜੀ, ਸਾਡੇ ਕੋਈ ਇਦਾਂ ਦੀ ਨਹੀਂ ਸੀਗੀ ਗੱਲ। ਅਸੀਂ ਜਦੋਂ ਇਹਨਾਂ ਨੇ ਮੈਨੂੰ ਰੋਕਾ ਹੋਇਆ ਮੇਰਾ, ਤਾਂ ਇਹਨਾਂ ਨੂੰ ਮੈਂ ਦੇਖਿਆ ਤੇ ਮੈਨੂੰ ਬਹੁਤ ਅੱਛੇ ਲੱਗੇ। ਮਤਲਬ ਮੈਨੂੰ ਲੱਗਿਆ ਕਿ ਬਹੁਤ ਵਧੀਆ, ਪਰਸਨੈਲਿਟੀ ਵੀ ਵਧੀਆ। ਤੇ ਮੈਨੂੰ ਬਕਾਇਦਾ ਪੁੱਛਿਆ ਗਿਆ, ਕਿਉਂਕਿ ਸਾਡੀ ਐਡਵਾਂਸ ਫੈਮਿਲੀ ਸੀ, ਕੋਈ ਇਦਾਂ ਦੀ ਨਹੀਂ ਸੀਗੀ ਕਿ ਮਤਲਬ ਸਾਡੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਪਹਿਲਾਂ ਪੁੱਛਿਆ ਕਿ ਜੇ ਤੈਨੂੰ ਹਲੇ ਵੀ ਤੂੰ ਨਾ ਕਰ ਸਕਦੀ ਆ, ਜੇ ਤੈਨੂੰ ਲੱਗਦਾ ਹੈ ਨਾ ਵੀ ਜੇ ਤੈਨੂੰ ਮੁੰਡਾ ਪਸੰਦ ਆ, ਤੂੰ ਹਾਂ ਬੇਟਾ ਵੀ ਹਾਂ ਕਰ ਦੋ, ਜੇ ਤੁਹਾਨੂੰ ਲੱਗਦਾ ਵੀ ਨਹੀਂ ਤੁਸੀਂ ਹਲੇ ਵੀ ਦੱਸ ਦਿਓ। ਤਾਂ ਮੈਨੂੰ ਮਤਲਬ ਬਹੁਤ ਹੀ ਮਤਲਬ ਅੱਛਾ ਕਿਊਟ ਜਿਹਾ ਫੇਸ ਲੱਗਿਆ ਇਹਨਾਂ ਦਾ, ਤੇ ਮੈਂ ਕਿਹਾ ਵੀ ਨਹੀਂ ਬਹੁਤ ਵਧੀਆ, ਮੇਰੇ ਵੱਲੋਂ ਓਕੇ ਆ ਵੀ ਤੁਸੀਂ ਕਰ ਲਓ, ਹੈ ਨਾ। ਤੇ ਫਿਰ ਚਲੋ ਮਤਲਬ ਰੋਕਾ ਹੋ ਗਿਆ, ਉਹ ਸ਼ਗਨ ਕਰ ਗਏ, ਹੈ ਨਾ। ਤਾਂ ਉਸ ਤੋਂ ਬਾਅਦ ਫਿਰ ਮਤਲਬ ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹੀ ਆ, ਪਰ ਸਰ ਥੋੜਾ ਜਿਹਾ ਫੋਨ ਤੇ ਕਿਉਂਕਿ ਬਿਜ਼ਨਸ ਕਰਦੇ ਸੀ, ਬਿਜ਼ੀ ਵੀ ਸੀਗੇ, ਤੇ ਇੰਨੀ ਗੱਲ ਨਹੀਂ ਸੀ ਕਰਦੇ। ਮਤਲਬ ਮੈਨੂੰ ਹੁੰਦਾ ਸੀ ਕਿ ਮੈਂ ਜਿੰਨੀ ਗੱਲ ਪੁੱਛ ਲਈ ਬਸ ਓਨੀ ਗੱਲ ਕਰ ਲਈ, ਬਹੁਤ ਘੱਟ ਮਤਲਬ ਜ਼ਿਆਦਾ ਇੱਦਾਂ ਨਾ, ਮਤਲਬ ਬਹੁਤ ਜ਼ਿਆਦਾ ਗੱਲਾਂ ਕਰਨ 'ਚ ਯਕੀਨ ਨਹੀਂ ਸੀ ਕਰਦੇ ਵਿਆਹ ਤੋਂ ਪਹਿਲਾਂ। ਤੇ ਫਿਰ ਸਾਡੀ ਮੁਲਾਕਾਤ ਵੀ ਹੋਈ, ਸ਼ਾਪਿੰਗ ਵਗੈਰਾ ਇਕੱਠੇ ਕੀਤੀ। ਹਾਂਜੀ, ਸਿਰ ਪਹਿਲਾਂ ਗੱਲ ਕਰਨ 'ਚ ਵਿਸ਼ਵਾਸਘਾਤ ਨਹੀਂ ਰੱਖਦੇ ਸੀ? ਜੀ ਮੈਂ ਕਿਉਂਕਿ ਮੈਂ ਇਹ ਸਮਝਦਾ, ਕਿਉਂਕਿ ਮੇਰੇ ਆਪਣੇ ਵਿਚਾਰ ਆ, ਹੋ ਸਕਦਾ ਗਲਤ ਵੀ ਹੋਣ, ਕਿ ਜਦੋਂ ਅਸੀਂ ਕਿਸੇ ਇੱਕ ਦੂਜੇ ਨੂੰ ਜਾਣਦੇ ਨਹੀਂ ਹਜੇ, ਤਾਂ ਅਸੀਂ ਬਹੁਤੀਆਂ ਗੱਲਾਂ ਉਹ ਕਰਾਂਗੇ ਜਿਹੜੀਆਂ ਭਵਿੱਖ 'ਚ ਅਸੀਂ ਆਹ ਕਰਾਂਗੇ ਉਹ ਕਰਾਂਗੇ। ਤਾਂ ਵੱਡੇ ਵੱਡੇ ਮੈਂ ਇਹਨੂੰ ਕਹੂੰਗਾ ਕਿ ਕੋਈ ਲਾਰੇ ਲਾਊਂਗਾ ਜਾਂ ਕੋਈ ਉੱਚੀਆਂ ਗੱਲਾਂ ਕਰੂੰਗਾ, ਤੇ ਫਿਰ ਵਿਆਹ ਤੋਂ ਬਾਅਦ ਉਹ ਨਾ ਹੋਣ ਤਾਂ ਫਿਰ ਇਹਨੇ ਕਹਿਣਾ ਵਿਆਹ ਤੋਂ ਪਹਿਲਾਂ ਤੁਸੀਂ ਇੱਦਾਂ ਕਹਿੰਦੇ ਸੀ। ਤਾਂ ਬਹੁਤ ਸਾਰੇ ਮੈਂ ਰਿਸ਼ਤੇ ਦੇਖੇ ਇੱਦਾਂ ਟੁੱਟਦੇ, ਜਿਹੜੇ ਵਿਆਹ ਤੋਂ ਪਹਿਲਾਂ ਘੰਟੋ ਘੰਟੇ ਗੱਲਾਂ ਕਰਦੇ ਰਹਿੰਦੇ ਆਪਸ ਵਿੱਚ, ਤਾਂ ਫਿਰ ਉਹ ਕੀ ਇੱਕ ਦੂਜੇ ਨੂੰ ਖੁਸ਼ ਕਰਨ ਵਾਸਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ। ਤਾਂ ਜਦੋਂ ਵਿਆਹ ਦੀ ਅਸਲੀਅਤ ਤੋਂ ਬਾਅਦ ਘਰਾਂ 'ਚ ਜੋ ਹੁੰਦਾ ਫਿਰ ਉਹ ਮਿਲਦਾ ਨਹੀਂ, ਤਾਂ ਫਿਰ ਉਹਨਾਂ ਦੀਆਂ ਲੜਾਈਆਂ ਸ਼ੁਰੂ ਹੋ ਜਾਂਦੀਆਂ। ਤਾਂ ਮੈਂ ਸਮਝਦਾ ਸੀ ਕਿ ਉਨੀ ਕੀ ਗੱਲ ਕਰੋ ਜਿੰਨੀ ਕੁ ਜਾਇਜ਼ ਹੈ, ਤਾਂ ਕਿ ਇੱਥੇ ਆਏ ਉਹਨਾਂ ਨੂੰ ਹੋਰ ਅੱਛਾ ਲੱਗੇ, ਨਾ ਕਿ ਗੱਲਾਂ ਮੇਰੀਆਂ ਵੱਡੀਆਂ ਹੋਣ ਤੇ ਇੱਥੇ ਆ ਕੇ ਕੋਈ ਛੋਟਾ ਹੋਵੇ, ਫਿਰ ਚੰਗਾ ਨਹੀਂ ਲੱਗਦਾ। ਫੜਾ ਮਾਰਨ 'ਚ ਬਲੀਵ ਨਹੀਂ ਕਰਦੇ ਸੀ ਐਕਚੁਅਲੀ। ਬਹੁਤ ਚੰਗੀ ਸੋਚ ਹੈ ਸਰ ਤੁਹਾਡੀ। ਹਾਂਜੀ। ਤੇ ਜਦੋਂ ਮੈਮ ਹੁਣਾਂ ਦੇ ਨਾਲ ਤੁਹਾਡਾ ਵਿਆਹ ਹੋਇਆ, ਤੇ ਫਿਰ ਜ਼ਿੰਦਗੀ ਕਿਵੇਂ ਬਦਲੀ? ਫਿਰ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਆ ਗਈਆਂ, ਪਹਿਲਾਂ ਬਿਜ਼ਨਸ ਦੀਆਂ, ਫਿਰ ਫੈਮਿਲੀ ਦੀਆਂ, ਫਿਰ ਬੱਚਿਆਂ ਦੀਆਂ। ਹਾਂ ਜੀ, ਇਹਦੇ 'ਚ ਮੈਂ ਬਹੁਤ ਚਲਾਕ ਹਾਂ। ਚਲਾਕ ਕਿੱਦਾਂ ਸਰ? ਕਿਉਂਕਿ ਜਿੱਦਾਂ ਪਹਿਲਾਂ ਇਹਨਾਂ ਨੇ ਦੱਸਿਆ ਕਿ ਸਾਰੇ ਪੜ੍ਹੇ ਲਿਖੇ, ਮੈਂ ਘੱਟ ਪੜ੍ਹਿਆ ਲਿਖਿਆ,
ਮੈਨੂੰ ਸਮਾਨ ਵੇਚਣਾ ਆਉਂਦਾ, ਮੈਨੂੰ ਆਪਣੇ ਆਪ ਨੂੰ ਵੀ ਵੇਚਣਾ ਆਉਂਦਾ ਤੇ ਮੈਂ ਸਾਰਿਆਂ ਨੂੰ ਇੰਪ੍ਰੈਸ ਕਰ ਲਿਆ ਕਿ ਮੈਂ ਹੀ ਤੁਹਾਡੀ ਲੜਕੀ ਲਈ ਠੀਕ ਹਾਂ। ਤਾਂ ਸਾਰੇ ਮੰਨ ਗਏ। ਉਸ ਤੋਂ ਬਾਅਦ ਮੈਂ ਪੜ੍ਹੀ ਲਿਖੀ ਲੜਕੀ ਵੀ ਇਸੇ ਕਰਕੇ ਸੋਚਦਾ ਸੀ। ਟ੍ਰਿਕ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸਣੀ ਹੈ ਵਾਲੀ। ਤਾਂ ਪੜ੍ਹੀ ਲਿਖੀ ਲੜਕੀ ਵੀ ਇਸੇ ਕਰਕੇ ਸੋਚਦਾ ਸੀ ਕਿ ਆ ਕੇ ਮੇਰਾ ਘਰ ਵੀ ਸੰਭਾਲ ਲੇ, ਮੇਰਾ ਕੰਮਕਾਰ ਵੀ ਸੰਭਾਲ ਲੇ। ਹੁਣ ਇਹ ਬਿਜ਼ਨਸ ਵੀ ਸੰਭਾਲਦੇ ਆ, ਘਰ ਵੀ ਸੰਭਾਲਦੇ, ਬੱਚੇ ਵੀ ਸੰਭਾਲਦੇ ਆ, ਮੈਂ ਐਸ਼ ਕਰਦਾ। ਕੀ ਬਾਤ ਹੈ। ਅੱਛਾ, ਇੰਪ੍ਰੈਸ ਕਰਨ ਵਾਲੀ ਟ੍ਰਿਕ ਕੀ ਹੈ ਉਹ ਦੱਸੋ। ਬੜੇ ਸਾਰੇ ਮੁੰਡੇ ਬੇਸਬਰੀ ਨਾਲ ਵੇਟ ਕਰਦੇ ਹੋਣੇ ਕਿ ਸਰ ਨੇ ਕਿੱਦਾਂ ਮੈਮ ਨੂੰ ਖੁਸ਼ ਕਰ ਲਿਆ ਤੇ ਉਹਨਾਂ ਦੀ ਫੈਮਿਲੀ ਨੂੰ ਵੀ ਕਿੱਦਾਂ ਖੁਸ਼ ਕੀਤਾ। ਵੈਸੇ ਤਾਂ ਜਿਹੜੇ ਬੇਸਿਕ ਗੁਣ ਹੁੰਦੇ ਆ ਉਹ ਹਰੇਕ ਮਾਂ-ਬਾਪ ਨੂੰ ਇਹੀ ਚੰਗੇ ਲੱਗਦੇ ਕਿ ਤੁਸੀਂ ਕਿਸੇ ਦਾ ਕਿੰਨਾ ਆਦਰ ਸਤਿਕਾਰ ਕਰਦੇ ਹੋ। ਪਰ ਮੈਂ ਇਹਦੇ 'ਚ ਬਲੀਵ ਕਰਦਾ ਕਿ ਜੋ ਤੁਸੀਂ ਅੰਦਰੋਂ ਹੈਗੇ ਹੋ ਉਹੀ ਤੁਸੀਂ ਆਪਣਾ ਜ਼ਰੂਰ ਸ਼ੋਅ ਜ਼ਰੂਰ ਕਰੋ। ਕਈ ਵਾਰੀ ਕਹਿੰਦੇ ਕਿ ਮੈਂ ਚੰਗਾ ਬਹੁਤ ਹਾਂ, ਪਰ ਮੇਰੇ ਮੂੰਹ ਤੇ ਤਾਂ ਨਹੀਂ ਲਿਖਿਆ ਕਿ ਮੈਂ ਚੰਗਾ ਬਹੁਤ ਹਾਂ। ਮੈਂ ਕੁਝ ਕਰੂੰਗਾ ਤਾਂ ਹੀ ਕਿਸੇ ਨੂੰ ਚੰਗਾ ਲੱਗੂਗਾ, ਹੈ ਨਾ। ਤਾਂ ਕਿਸੇ ਨੂੰ ਵੀ ਆਪਣੀ ਲੜਕੀ ਜਦੋਂ ਕਿਸੇ ਨੂੰ ਦੇਣੀ ਤਾਂ ਉਹਨੂੰ ਅਸ਼ੋਰਟੀ ਜਿਹੜੀ ਹੈ, ਜਿੱਦਾਂ ਦੀ ਉਹ ਗੱਲਾਂ ਸੁਣਨਾ ਚਾਹੁੰਦੇ ਆ ਕਿ ਮੇਰੀ ਲੜਕੀ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੋਊਗਾ, ਭਵਿੱਖ 'ਚ ਕਿੱਦਾਂ ਹੋਊਗਾ, ਤੁਸੀਂ ਕੀ ਸੋਚਦੇ ਹੋ, ਤੁਸੀਂ ਕਿੱਥੋਂ ਤੱਕ ਜਾਓਗੇ। ਤਾਂ ਮੈਂ ਆਪਣੀਆਂ ਫਿਊਚਰ ਪਲੈਨਿੰਗਸ ਗੱਲਾਂ ਦੇ ਵਿੱਚ ਮੈਂ ਆਪਣੀ ਇਨਕਮ ਗੱਲਾਂ ਦੇ ਵਿੱਚ ਉਹਨਾਂ ਨੂੰ ਇਸ ਢੰਗ ਨਾਲ ਦੱਸੀ ਕਿ ਉਹਨਾਂ ਨੂੰ ਲੱਗਿਆ ਕਿ ਸਾਰਾ ਕੁਝ ਠੀਕ ਹੈ। ਜੇ ਆਪਾਂ ਸਿੱਧਾ ਕੁਝ ਦੱਸਦੇ ਹਾਂ। ਇੰਟਰਪਟ ਕਰਨਾ ਚਾਹੂੰਗੀ, ਸਾਰੇ ਵਧਾ ਕੇ ਦੱਸਦੇ ਆ ਇਨਕਮ। ਇਹਨਾਂ ਨੇ ਆਪਣੀ ਜਦੋਂ ਇਹ ਜਲੰਧਰ ਵੀ ਆਏ ਦੇਖਣ, ਇਹਨਾਂ ਦਾ ਮਤਲਬ ਪੂਰਾ ਜਿੱਥੇ ਆਫਿਸ ਸੀਗਾ ਸਾਰਾ ਦੇਖਿਆ। ਇਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਕਿੰਨਾ ਕਮਾਉਣੇ ਆ, ਇਹਨਾਂ ਨੂੰ ਲੱਗਿਆ ਕਿ ਉਸ ਜ਼ਮਾਨੇ 'ਚ ਮਤਲਬ ਤੁਸੀਂ 60,000 ਆਈ ਥਿੰਕ ਹਾਂ, ਮੈਂ 60-70,000 ਰੁਪਏ ਕਮਾ ਰਿਹਾ ਕਮਾਉਂਦੇ ਸੀਗੇ। ਇਹਨਾਂ ਨੂੰ ਲੱਗਿਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਨਾ ਲੱਗੇ, ਕਿਉਂਕਿ ਉਦੋਂ ਤਾਂ ਮਤਲਬ ਬਹੁਤ ਜ਼ਿਆਦਾ ਸੀਗੀ। ਜੇ ਆਪਾਂ ਦੇਖੀਏ ਆਮ ਉਦੋਂ ਤਾਂ ਮਤਲਬ 20,000 ਕੋਈ 40,000 ਕਮਾਉਂਦਾ ਹੀ ਬਹੁਤ ਵੱਡੀ ਗੱਲ ਹੁੰਦੀ ਸੀਗੀ, ਹਨਾ। ਤਾਂ ਇਹਨਾਂ ਨੂੰ ਲੱਗਿਆ ਕਿ ਇਹਨਾਂ ਨੂੰ ਐ ਨਾ ਲੱਗੇ ਕਿ ਬਹੁਤ ਜ਼ਿਆਦਾ ਐਵੇਂ ਹੀ ਕਹਿ ਰਿਹਾ, ਹਨਾ। ਤਾਂ ਇਹਨਾਂ ਨੇ ਮਤਲਬ ਘੱਟ ਇਹਨਾਂ ਨੇ 50,000 ਦੱਸਤੀ। ਇਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਵੀ ਨਾ ਲੱਗੇ, ਮਤਲਬ ਉਸ ਤੋਂ ਵੀ ਥੋੜਾ ਘੱਟ ਹੀ ਦੱਸਿਆ ਸੀ। ਇਹਨਾਂ ਨੇ ਘਟਾ ਕੇ ਦੱਸੀ ਵੀ ਝੂਠ ਨਾ ਲੱਗੇ। 35 ਤੋਂ 40 ਦੇ ਵਿੱਚ ਦੱਸਿਆ ਤਾਂ ਕਿ ਕਈ ਵਾਰੀ ਕਿਉਂਕਿ ਸਾਰੀ ਬਿਜ਼ਨਸ ਕਲਾਸ ਦੀ ਤਾਂ ਕੋਈ ਫੈਮਿਲੀ ਨਹੀਂ ਸੀ, ਸਾਰੇ ਜੌਬ ਵਾਲੇ ਸੀ। ਤਾਂ ਜੌਬ ਵਾਲਿਆਂ ਵਾਲੀ ਜਦੋਂ ਆਪਾਂ ਜ਼ਿਆਦਾ ਵੱਡੀ ਵੀ ਗੱਲ ਕਰਦੇ ਹਾਂ ਤਾਂ ਇੱਕ ਵਿਚਾਰਧਾਰਾ ਹੁੰਦੀ ਆ ਆਮ ਤੌਰ ਤੇ, ਸਭ ਦੀ ਨਹੀਂ ਹੁੰਦੀ। ਲੇਕਿਨ ਕੁਝ ਲੋਕ ਇਹ ਸੋਚਦੇ ਆ ਕਿ ਬਿਜ਼ਨਸ ਦੇ ਵਿੱਚ ਲੋਕ ਵੱਡੀਆਂ ਗੱਲਾਂ ਜ਼ਿਆਦਾ ਕਰਦੇ ਆ। ਤਾਂ ਕਰਕੇ ਮੈਨੂੰ ਲੱਗਿਆ ਕਿ ਉਹਨਾਂ ਕੁ ਦੱਸੋ ਜਿੰਨਾ ਕਿ ਇੱਕ ਬਿਜ਼ਨਸ ਵਾਲੇ ਨੂੰ ਇੱਕ ਜੌਬ ਵਾਲਾ ਸਮਝ ਸਕਦਾ ਕਿ ਹਾਂ ਇੰਨੀ ਕੁ ਤਾਂ ਹੋ ਸਕਦੀ ਹੈ। ਤਾਂ ਕਰਕੇ ਮੈਂ ਜ਼ਿਆਦਾ ਇਨਕਮ ਨਹੀਂ ਸੀ ਦੱਸੀ ਜੀ। ਤੇ ਮੈਮ ਜਦੋਂ ਸਰ ਹੁਣੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ, ਤੁਹਾਡੀ ਜ਼ਿੰਦਗੀ ਕਿਵੇਂ ਬਦਲੀ? ਦੇਖੋ, ਵਿਆਹ ਤੋਂ ਬਾਅਦ ਤਾਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਆ ਲੜਕੀ ਦੀ, ਹਨਾ। ਆਪਾਂ ਸਾਰੇ ਆਪਾਂ ਜਾਣਦੇ ਹੀ ਆ। ਪਹਿਲਾਂ ਬਿਲਕੁਲ ਟੋਟਲੀ ਡਿਫਰੈਂਟ ਹੁੰਦੀ ਆ ਲਾਈਫ। ਇੱਕ ਮੇਰੀ ਤਾਂ ਸਟੂਡੈਂਟ ਲਾਈਫ ਹੀ ਸੀਗੀ, ਕਿਉਂਕਿ ਮੈਂ ਅੱਛਾ, ਪੜ੍ਹਦੇ ਹੀ ਸੀਗੇ ਤੁਸੀਂ? ਹਾਂਜੀ, ਮੈਂ ਪੜ੍ਹ ਹੀ ਰਹੀ ਸੀ। ਮੈਂ MA ਤਾਂ ਕੰਪਲੀਟ ਕਰ ਲਈ ਸੀ, ਬਟ PGDCA ਦਾ ਕੋਰਸ ਕਰ ਰਹੀ ਸੀ ਜਦੋਂ ਮੇਰਾ ਰਿਸ਼ਤਾ ਹੋਇਆ। ਮੇਰਾ ਮਤਲਬ ਫਸਟ ਸਮੈਸਟਰ ਦਾ ਰਿਜ਼ਲਟ ਆ ਗਿਆ ਸੀ, ਸੈਕਿੰਡ ਦਾ ਹਲੇ ਆਣਾ ਸੀਗਾ ਜਦੋਂ ਮੇਰੀ ਮਤਲਬ ਮੈਰਿਜ ਹੋ ਗਈ। ਤਾਂ ਜਦੋਂ ਸੈਕਿੰਡ ਦਾ ਰਿਜ਼ਲਟ ਆਇਆ ਤਾਂ ਕਿਉਂਕਿ PTU ਦੇ ਸੀਗਾ, ਡਿਸਟੈਂਸ ਐਜੂਕੇਸ਼ਨ ਦਾ ਸੀਗਾ, ਤਾਂ ਉਹ ਇਹ ਹੀ ਲੈ ਕੇ ਆਏ। ਜਦੋਂ ਸੈਕਿੰਡ ਟਾਈਮ ਆਈ ਥਿੰਕ ਮਿਲਣ ਆਏ ਘਰ, ਤਾਂ ਉਸ ਟਾਈਮ ਤੇ ਮੇਰਾ ਰਿਜ਼ਲਟ ਇੱਥੋਂ ਲੈ ਕੇ ਗਏ, ਨਾਲ ਡੱਬਾ ਲੈ ਕੇ ਗਏ। ਤਾਂ ਮੇਰੀ ਤਾਂ ਮਤਲਬ ਇਹ ਸੀਗੀ ਲਾਈਫ। ਫਿਰ ਵਿਆਹ ਤੋਂ ਬਾਅਦ ਤਾਂ ਦੇਖੋ ਜ਼ਿੰਮੇਵਾਰੀਆਂ ਪੈ ਜਾਂਦੀਆਂ, ਹਨਾ। ਮੈਂ 1 ਮਹੀਨੇ ਬਾਅਦ ਹੀ ਫਿਰ ਇੱਥੇ ਸ਼ਿਫਟ ਹੋ ਗਈ ਸੀ ਜਲੰਧਰ ਤੋਂ। ਜਲੰਧਰ ਆ ਗਏ ਅਸੀਂ ਪਿੰਡ ਤੋਂ। 1 ਮਹੀਨਾ ਤਾਂ ਅਸੀਂ ਮਤਲਬ ਇੱਦਾਂ ਹੀ ਲੰਘ ਜਾਂਦਾ, ਆਪਾਂ ਨੂੰ ਪਤਾ ਹੀ ਨਹੀਂ ਚੱਲਦਾ, ਹਨਾ। ਫਿਰ ਜਦੋਂ ਇੱਥੇ ਆ ਗਏ ਅਸੀਂ, ਪਹਿਲਾਂ ਸਾਡਾ ਰੈਂਟਡ ਹਾਊਸ ਸੀਗਾ, ਬਿਲਕੁਲ ਛੋਟਾ ਜਿਹਾ। ਸਰ ਨੇ ਮਤਲਬ 2 ਕਮਰੇ ਬਸ ਇੱਦਾਂ ਕਿ ਸੀਗਾ, ਰੈਂਟ ਤੇ ਲਿਆ ਹੋਇਆ। ਸਾਰਾ ਮਤਲਬ ਜ਼ਿੰਮੇਵਾਰੀਆਂ, ਸਾਰਾ ਕੰਮ ਕਰਨਾ। ਮੈਂ ਕਦੀ ਇੰਨਾ ਮਤਲਬ ਖਾਣਾ ਖੂਣਾ ਵੀ ਨਹੀਂ ਸੀ ਬਣਾਇਆ ਕਦੀ, ਹਨਾ। ਕਿਉਂਕਿ ਘਰ 'ਚ ਛੋਟੀ ਸੀਗੀ, 3 ਭੈਣਾਂ ਵੱਡੀਆਂ ਸੀਗੀਆਂ, ਮੰਮਾ ਵੀ ਇੰਨਾ ਕੰਮ ਨਹੀਂ ਸੀ ਲਗਾਉਂਦੇ। ਤੇ ਉਹਦਾ ਕਰਕੇ ਫਿਰ ਮੈਂ ਜ਼ਿਆਦਾ ਕੋਈ ਕੰਮ ਵੀ ਨਹੀਂ ਸੀ ਕੀਤਾ। ਫਿਰ ਜਦੋਂ ਕੋਈ ਮਤਲਬ ਇਹਨਾਂ ਨੂੰ ਕੋਈ ਚੀਜ਼ ਪਸੰਦ, ਕਿਉਂਕਿ ਇਹ ਪਹਿਲਾਂ ਬਾਹਰੋਂ ਹੀ ਖਾਂਦੇ ਸੀਗੇ, ਮੈਨੂੰ ਫਿਰ ਇਹ ਹੁੰਦਾ ਸੀ ਕਿ ਮੈਂ ਆਪਣੇ ਹੱਥਾਂ ਨਾਲ ਹੀ ਬਣਾ ਕੇ ਖਵਾਵਾਂ ਖਾਣਾ ਨਾ, ਕਿਉਂਕਿ ਇੰਨੀ ਦੇਰ ਹੋ ਗਈ ਸੀ ਇਹਨਾਂ ਨੂੰ ਘਰੋਂ ਬਾਹਰ ਰਹਿੰਦੇ ਆ। ਤਾਂ ਮੈਨੂੰ ਇਹ ਹੁੰਦਾ ਸੀ ਕਿ ਜੋ ਮਤਲਬ ਮੈਂ ਘਰੇ ਬਣਾਵਾਂ ਉਹੀ ਇਹ ਖਾਣ, ਬਾਹਰਲਾ ਇਹਨਾਂ ਨੂੰ ਨਾ ਖਾਣਾ ਪਵੇ। ਤਾਂ ਇਹ ਨਾ ਜਦੋਂ ਬਾਜ਼ਾਰ ਜਾਣਾ ਇਹਨਾਂ ਨੇ ਕੁਛ ਵੀ ਲੈ ਕੇ। 1 ਮਿੰਟ ਰੁਕਦੇ ਸਰ, ਤੁਹਾਨੂੰ ਮੈਮ ਦੇ ਹੱਥ ਦੀ ਬਣੀ ਹੋਈ ਕਿਹੜੀ ਚੀਜ਼ ਸਭ ਤੋਂ ਵੱਧ ਪਸੰਦ ਹੈ? ਜਿਹੜੀ ਖਾਣ ਨੂੰ ਮਿਲ ਜਾਂਦੀ ਉਹ ਚੰਗੀ ਹੋਈ ਹੁੰਦੀ ਹੈ। ਨਹੀਂ, ਜਦ ਤੁਹਾਨੂੰ ਮਤਲਬ ਕਿ ਜਿਹੜੀ ਉਹ ਵਾਲੀ ਚੀਜ਼। ਹਾਂ, ਕੁਦਰਤੀ ਮੈਂ ਸਮਝਦਾ ਕਿ ਮੈਂ ਬਲੈਸਡ ਹਾਂ। ਇੱਕ ਤਾਂ ਇਹ ਬਣਾਉਂਦੇ ਹੀ ਬਹੁਤ ਵਧੀਆ, ਦੂਸਰਾ ਤਾਰੀਫਾਂ ਹੋ ਰਹੀਆਂ ਤੁਹਾਡੀਆਂ। ਦੂਸਰਾ ਇਹ ਹੈ ਕਿ ਮੈਂ ਕਦੇ ਵੀ ਕਿਸੇ ਜ਼ਿੰਦਗੀ 'ਚ ਕਿਸੇ ਚੀਜ਼ ਨੂੰ ਨਕਾਰਿਆ ਨਹੀਂ। ਸਾਨੂੰ ਖਾਣ ਨੂੰ ਮਿਲ ਰਿਹਾ ਤੇ ਬਹੁਤ ਅੱਛੀ ਗੱਲ ਹੈ, ਉਹਦੀ ਕਦਰ ਕਰਨੀ ਚਾਹੀਦੀ ਹੈ। ਔਰ ਵੈਸੇ ਖਾਣਾ ਬਹੁਤ ਸਵਾਦ ਬਣਾਉਂਦੇ ਆ, ਸੱਚੀ ਗੱਲ ਹੈ ਜੀ।
ਇਹਨਾਂ ਨੇ ਨਾ ਜਦੋਂ ਵੀ ਕੋਈ ਚੀਜ਼ ਮਤਲਬ ਬਾਹਰ ਇਹਨਾਂ ਨੂੰ ਪਸੰਦ ਆ ਜਾਣੀ ਕੋਈ ਸਬਜ਼ੀ। ਇੱਕ ਵਾਰੀ ਇਦਾਂ ਹੀ ਹੋਇਆ, ਇਹ ਨਾ ਕਰੇਲੇ ਲਿਆਏ, ਮੈਂ ਕਦੀ ਬਣਾਏ ਨਹੀਂ ਸੀ ਕਰੇਲੇ, ਮੈਨੂੰ ਪਤਾ ਹੀ ਨਹੀਂ ਸੀ ਕਰੇਲੇ ਦੀ ਸਬਜ਼ੀ ਕਿੱਦਾਂ ਬਣਦੀ ਆ, ਪਰ ਮੈਂ ਕਦੀ ਮਨਾ ਨਹੀਂ ਕਰਦੀ ਸੀ ਵੀ ਮੈਨੂੰ ਆਉਂਦੀ ਨਹੀਂ, ਮੈਨੂੰ ਲੱਗਦਾ ਸੀ ਵੀ ਫਿਰ ਇਹਨਾਂ ਨੂੰ ਇਹਨੇ ਚਾਅ ਨਾਲ ਲੈ ਕੇ ਆਏ ਆ ਹੈ ਨਾ। ਤਾਂ ਮੈਂ ਫਿਰ ਮੰਮਾ ਨੂੰ ਕਾਲ ਲਗਾ ਕੇ ਮੰਮਾ ਤੋਂ ਪੁੱਛ ਲਿਆ ਸਾਰੀ ਰੈਸਪੀ, ਮੰਮਾ ਨੇ ਮੈਨੂੰ ਦੱਸਤੀ। ਮੈਂ ਫਸਟ ਟਾਈਮ ਹੀ ਬਹੁਤ ਵਧੀਆ ਬਹੁਤ ਟੇਸਟੀ ਬਣਾਏ, ਮਤਲਬ ਇਹਨਾਂ ਨੂੰ ਬਹੁਤ ਅੱਛੇ ਲੱਗੇ, ਪਰ ਇਹਨਾਂ ਨੂੰ ਮੈਂ ਦੱਸਿਆ ਨਹੀਂ ਕਿ ਮੈਨੂੰ ਆਉਂਦਾ ਹੀ ਨਹੀਂ ਸੀ। ਮਤਲਬ ਸਿਚੁਏਸ਼ਨ ਨੂੰ ਹੈਂਡਲ ਕਰਨਾ ਆਉਂਦਾ ਤੁਹਾਨੂੰ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਮੈਮ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ, ਜਿਵੇਂ ਪੁਰਾਣੇ ਸਮਿਆਂ ਦੀ ਗੱਲ ਕੀਤੀ ਜਾਵੇ ਹੈ ਨਾ, ਤੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਵੱਖਰੇ ਸਟਾਈਲ ਦੇ ਵਿਆਹ ਹੁੰਦੇ ਸੀ ਤੇ ਅੱਜ ਕੱਲ੍ਹ ਬਹੁਤ ਡਿਫਰੈਂਸ ਆ ਗਿਆ ਉਹਨਾਂ ਦੇ ਵਿੱਚ, ਉਹਨਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ ਪੁਰਾਣੇ ਸਮਿਆਂ ਦੇ ਵਿੱਚ ਲਾਈਫ ਬਹੁਤ ਸਿੰਪਲ ਹੁੰਦੀ ਸੀਗੀ ਹੈ ਨਾ, ਬਹੁਤ ਜ਼ਿਆਦਾ ਮਤਲਬ ਲੋਕ ਵੀ ਸਿੰਪਲ ਹੁੰਦੇ ਸੀਗੇ, ਉਹਨਾਂ ਨੂੰ ਮਤਲਬ ਕੋਈ ਇੰਨਾ ਸ਼ੋਅ ਆਫ ਦਾ ਨਹੀਂ ਸੀ ਹੁੰਦਾ ਹੈ ਨਾ, ਤੇ ਬਹੁਤ ਹੀ ਸਿੰਪਲ ਵਿਆਹ ਵੀ ਇੱਦਾਂ ਸਿੰਪਲ ਹੀ ਹੁੰਦੇ ਸੀਗੇ। ਬਸ ਇੱਕ ਦੋ ਜਿੱਦਾਂ ਆਪਣੇ ਪੁਰਾਣੀਆਂ ਰਸਮਾਂ, ਇੱਕ ਦਿਨ ਦਾ ਵਿਆਹ ਹੋਣਾ ਹੈ ਨਾ, ਤੇ ਇੱਕ ਦਿਨ ਪਹਿਲਾਂ ਮੇਲ ਆ ਜਾਣਾ, ਮੇਲ ਦੇ ਲਈ ਫਿਰ ਇੱਦਾਂ ਸਾਰਾ ਅਰੇਂਜਮੈਂਟ ਕਰਨਾ। ਘਰੇ ਤਾਂ ਇੰਨਾ ਹੁੰਦਾ ਨਹੀਂ ਸੀ ਪ੍ਰਬੰਧ, ਫਿਰ ਮਤਲਬ ਪਿੰਡਾਂ 'ਚ ਇੱਦਾਂ ਮੰਜੇ ਬਿਸਤਰੇ ਲੈ ਕੇ ਆਉਂਦੇ, ਫਿਰ ਉਹਨਾਂ ਦੇ ਲਈ ਲੱਡੂ, ਕੜਾਈ ਚੜ ਜਾਂਦੀ, ਲੱਡੂ ਆਪ ਹੀ ਵੱਟਦੇ ਬੈਠ ਕੇ ਸਾਰੇ ਹੈ ਨਾ, ਨਾਲੇ ਗੀਤ ਗਾਈ ਜਾਣੇ, ਨਾਲੇ ਲੱਡੂ ਵੱਟੀ ਜਾਣੇ, ਤੇ ਜਲੇਬੀਆਂ ਨਾਲੇ ਗਰਮ ਗਰਮ ਖਾਈ ਜਾਣੀਆਂ ਹੈ ਨਾ। ਤਾਂ ਫਿਰ ਬਸ ਇੱਕ ਦਿਨ ਦਾ ਵਿਆਹ ਹੋਣਾ, ਅਗਲੇ ਦਿਨ ਸਵੇਰ ਬਰਾਤ ਚੱਲ ਪੈਣੀ, ਤੇ ਬਸ ਘਰ ਹੀ ਹੁੰਦਾ ਸੀ ਅਰੇਂਜਮੈਂਟ। ਉਦੋਂ ਤਾਂ ਕੋਈ ਪੈਲੇਸ ਵੀ ਨਹੀਂ ਸੀ ਹੁੰਦੇ ਹੈ ਨਾ, ਬਸ ਘਰ ਹੀ ਅਰੇਂਜਮੈਂਟ ਹੁੰਦਾ। ਕਿਤੇ ਉਹ ਹੁੰਦੀਆਂ ਸੀਗੀਆਂ ਧਰਮਸ਼ਾਲਾ ਜਿਹੜੀਆਂ ਪਿੰਡ ਦੀਆਂ, ਉੱਥੇ ਬਰਾਤ ਨੂੰ ਉੱਥੇ ਅਰੇਂਜਮੈਂਟ ਕਰ ਦਿੰਦੇ ਬੈਠਣ ਦਾ, ਤੇ ਉਸ ਤੋਂ ਬਾਅਦ ਘਰੇ ਹੀ ਛੋਟਾ ਜਿਹਾ ਟੈਂਟ ਵਗੈਰਾ ਲਗਾ ਕੇ ਤੇ ਆਨੰਦ ਕਾਰਜ ਦੀ ਰਸਮ ਹੋ ਜਾਣੀ। ਕੋਈ ਆਂਦੇ ਮਤਲਬ ਕੋਈ ਗੀਤ ਆਉਂਦਾ ਤੁਹਾਨੂੰ ਪੁਰਾਣਾ ਜਿਹੜਾ ਵਿਆਹ 'ਚ ਗਾਇਆ ਜਾਂਦਾ ਹੋਵੇ? ਹਾਂਜੀ ਬਹੁਤ ਸਾਰੇ ਆਉਂਦੇ ਜਿਹੜੇ ਹੇਕਾਂ ਵਾਲੇ ਗੀਤ ਗਾਉਂਦੇ ਆ। ਇੱਕ ਸੁਣਾ ਦਿਓ ਮੈਮ। ਕਿਹੜਾ ਸੁਣਾਵਾਂ? ਜਿਹੜਾ ਤੁਹਾਨੂੰ ਪਸੰਦ ਹੋਵੇ। ਹਾਂਜੀ ਹਾਂਜੀ ਮੈਂ ਯਾਦ ਕਰਦੀ ਹਾਂ, ਹੁਣੇ ਹੀ ਵਿਆਹ ਆਪਣੇ ਵਿਆਹ ਦਾ ਕਰ ਲਓ, ਕਈ ਕਿਹੜਾ ਤੁਹਾਡੇ ਵਿਆਹ 'ਚ ਗਾਇਆ ਹੋਵੇ। ਮੈਂ ਹੁਣੇ ਐਕਚੁਅਲੀ ਰੀਸੈਂਟ ਗਏ ਸੀਗੇ ਅਸੀਂ ਵਿਆਹ ਤੇ ਉੱਥੇ ਜਿੱਦਾਂ ਨਹਾਈ ਧੋਈ ਦੇ ਸੌਂਗ ਹੁੰਦੇ ਆ ਹੈ ਨਾ, ਜਿੱਦਾਂ ਸੀਗਾ ਅੰਗਨ ਸਾਡੇ ਚਿਕੜਾ ਜੀ ਕਿਨੇ ਡੋਲਿਆ ਪਾਣੀ, ਅੰਗਨ ਸਾਡੇ ਚਿਕੜਾ ਜੀ ਕਿਨੇ ਡੋਲਿਆ ਪਾਣੀ, ਦਾਦੇ ਪੋਤਰਾ ਨਾਤੜਾ ਜੀ ਉਹਨੇ ਡੋਲਿਆ ਪਾਣੀ, ਦਾਦੇ ਦਾ ਪੋਤਰਾ ਨਾਤੜਾ ਜੀ ਉਹਨੇ ਡੋਲਿਆ ਪਾਣੀ। ਜੀ ਸਾਡੀ ਪੰਜਾਬੀ ਸੱਭਿਅਤਾ ਅੱਜ ਸੁਣ ਕੇ ਵਾਕਈ ਬਹੁਤ ਚੰਗਾ ਲੱਗਦਾ ਪਿਆ। ਤੇ ਸਰ ਤੁਸੀਂ ਦੱਸੋ ਆਪਣੇ ਵਿਆਹ ਦਾ ਕੋਈ ਕਿੱਸਾ ਸਾਂਝਾ ਕਰੋ ਜਦੋਂ ਘੋੜੀ ਚੜਨ ਲੱਗੇ ਸੀ ਤੁਸੀਂ। ਮੈਂ ਘੋੜੀ ਤੇ ਚੜਿਆ ਹੀ ਨਹੀਂ। ਚੜੇ ਹੀ ਨਹੀਂ? ਫੇਰ ਕਿੱਦਾਂ ਲੈਣ ਉਹਨਾਂ ਨੂੰ? ਤੁਸੀਂ ਯਕੀਨ ਮੰਨੋ ਕਿ ਮੈਂ ਸ਼ਗਨ ਤੋਂ ਇੱਕ ਦਿਨ ਪਹਿਲਾਂ ਜਲੰਧਰੋਂ ਗਿਆ ਸੀ। ਮਤਲਬ ਸ਼ਨੀਵਾਰ ਮੇਰਾ ਸ਼ਗਨ ਸੀ, ਐਤਵਾਰ ਬਰਾਤ ਸੀਗੀ, ਤਾਂ ਮੈਂ ਸ਼ੁੱਕਰਵਾਰ ਪਿੰਡ ਗਿਆ ਸੀ। ਅੱਛਾ ਜੀ। ਸ਼ੁੱਕਰਵਾਰ ਗਿਆ, ਸ਼ਨੀਵਾਰ ਤੇ ਐਤਵਾਰ, ਉਸ ਤੋਂ ਬਾਅਦ ਸੋਮਵਾਰ ਮੈਂ ਬੁੱਧਵਾਰ ਵਾਪਸ ਆ ਗਿਆ ਸੀ ਆਪਣੇ ਕੰਮ ਤੇ। ਮੈਂ ਆਪਣੇ ਵਿਆਹ ਤੇ ਵੀ 4 ਹੀ ਛੁੱਟੀਆਂ ਕੀਤੀਆਂ ਸੀ। ਅੱਛਾ 4 ਛੁੱਟੀਆਂ ਕੀਤੀਆਂ ਸੀ ਤੇ ਇੰਜੋਏ ਨਹੀਂ ਕੀਤਾ ਸਰ ਵਿਆਹ 'ਚ? ਨਹੀਂ ਇੰਜੋਏ ਕਿਉਂ ਨਹੀਂ ਕੀਤਾ। ਫਿਰ ਕਿੱਸਾ ਕੋਈ ਸ਼ੇਅਰ ਕਰੋ ਸਰ ਆਪਣੇ ਵਿਆਹ ਦਾ। ਵਿਆਹ ਦਾ ਕਿੱਸਾ? ਵਿਆਹ ਹੀ ਇੱਕ ਕਿੱਸਾ ਸੀ ਐਡਾ ਵਧੀਆ, ਹੋਰ ਕਿਹੜਾ ਕਿੱਸਾ ਸੀ? ਅੱਛਾ ਪਛਤਾਵਾ ਤਾਂ ਨਹੀਂ ਤਾਂ ਮੁੰਡੇ ਵੱਧ ਪਛਤਾਉਂਦੇ ਹੁੰਦੇ ਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਮੈਂ ਪਛਤਾ ਤਾਂ ਬਿਲਕੁਲ ਹੀ ਨਹੀਂ ਰਿਹਾ, ਕਿਉਂਕਿ ਮੇਰੇ ਤਾਂ ਸਾਰੇ ਹੀ ਕੰਮ ਠੀਕ ਹੋ ਗਏ ਤੇ ਮੈਂ ਫ੍ਰੀ ਹਾਂ। ਓਕੇ, ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ। ਤੇ ਮੈਮ ਅੱਜ ਕੱਲ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਯੂਥ ਨਾ ਲਵ ਮੈਰਿਜ ਨੂੰ ਪ੍ਰੈਫਰੈਂਸ ਦਿੰਦੇ ਆ, ਤੇ ਤੁਹਾਡੀ ਅਰੇਂਜ ਮੈਰਿਜ ਹੋਈ ਹੈ ਨਾ, ਲੋਕੀ ਵਿਸ਼ਵਾਸ ਕਰਦੇ ਆ ਕਿ ਅਰੇਂਜ ਮੈਰਿਜ ਦੇ ਵਿੱਚ ਅਸੀਂ ਜਾਣਦੇ ਨਹੀਂ ਹੁੰਦੇ ਇੱਕ ਦੂਜੇ ਨੂੰ, ਬਾਹਲਾ ਲੰਬਾ ਸਮਾਂ ਨਹੀਂ ਚੱਲਦੀ ਹੈਗੀ ਆ, ਤੇ ਤੁਸੀਂ ਉਹਨਾਂ ਯੂਥ ਦੇ ਲਈ ਕੀ ਕਹੋਗੇ ਜਿਹੜੇ ਇਹ ਸੋਚ ਰੱਖਦੇ ਨੇ ਕਿ ਲਵ ਮੈਰਿਜ ਜ਼ਿਆਦਾ ਟਾਈਮ ਚੱਲਦੀ ਹੈ? ਨਹੀਂ ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਮੇਰੀ ਤਾਂ ਹੁਣ ਅਰੇਂਜ ਮੈਰਿਜ ਹੋਈ ਆ ਤੇ ਤੁਸੀਂ ਦੇਖ ਹੀ ਰਹੇ ਹੋ 20 ਸਾਲ ਹੋ ਗਏ, ਅਸੀਂ ਹੈਪੀਲੀ ਕਪਲ ਹੈਗੇ ਆ, ਹੈਪੀਲੀ ਲਾਈਫ ਸਾਡੀ ਜਾ ਰਹੀ ਆ।
ਤਾਂ ਮੇਰੇ ਹਿਸਾਬ ਨਾਲ ਤਾਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਲਵ ਮੈਰਿਜ ਹੁੰਦੀ ਹੈ ਤਾਂ ਉਹ ਜ਼ਿਆਦਾ ਵਧੀਆ ਹੁੰਦੀ ਆ, ਅਰੇਂਜ ਮੈਰਿਜ ਵਧੀਆ ਨਹੀਂ ਹੁੰਦੀ। ਤੁਹਾਡਾ ਮੈਚ ਵਧੀਆ ਹੋਣਾ ਚਾਹੀਦਾ, ਤੁਸੀਂ ਆਪਸ ਵਿੱਚ ਤੁਹਾਡੀ ਅੰਡਰਸਟੈਂਡਿੰਗ ਅੱਛੀ ਹੋਣੀ ਚਾਹੀਦੀ ਆ, ਤਾਂ ਉਹ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ, ਕਿਉਂਕਿ ਵਿਆਹ ਤੋਂ ਬਾਅਦ ਵੀ ਤਾਂ ਆਪਾਂ ਇੱਕ ਦੂਜੇ ਨੂੰ ਸਮਝ ਸਕਦੇ ਆ। ਜੇ ਕਿਤੇ ਲੱਗਦਾ ਵੀ ਆਪਾਂ ਨੂੰ ਕਿ ਆਪਣੇ ਥੋੜਾ ਵਿਚਾਰਾਂ ਦੇ ਵਿੱਚ ਡਿਫਰੈਂਸ ਆ ਰਿਹਾ ਤਾਂ ਉਹ ਆਪਾਂ ਹੀ ਦੇਖਣਾ ਹੁੰਦਾ ਹੈ ਨਾ, ਆਪਾਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਹੁੰਦਾ, ਇਹ ਚੀਜ਼ ਜ਼ਿਆਦਾ ਜ਼ਰੂਰੀ ਆ। ਲਵ ਮੈਰਿਜ ਤੋਂ ਬਾਅਦ ਵੀ ਤਾਂ, ਕਿਉਂਕਿ ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਬਦਲੀ ਜਾਂਦੀ ਹੈ ਪੂਰੀ ਤਰ੍ਹਾਂ। ਜੇ ਤੁਸੀਂ ਪਹਿਲਾਂ ਜਿਹੜੀ ਲਾਈਫ ਹੁੰਦੀ ਆ ਜੇ ਆਪਾਂ ਉਹ ਦੇਖੀਏ, ਵਿਆਹ ਤੋਂ ਬਾਅਦ ਤਾਂ ਟੋਟਲੀ ਡਿਫਰੈਂਸ ਆ ਜਾਂਦਾ ਉਹਦੇ ਵਿੱਚ, ਤਾਂ ਉਹ ਤਾਂ ਸੇਮ ਹੀ ਹੁੰਦਾ। ਆਈ ਥਿੰਕ ਵਿਆਹ ਤੋਂ ਬਾਅਦ ਤਾਂ ਤੁਹਾਨੂੰ ਅੰਡਰਸਟੈਂਡਿੰਗ ਖੁਦ ਕਰਨੀ ਹੀ ਪੈਂਦੀ ਆ ਆਪਸ ਵਿੱਚ। ਕਈ ਵਾਰੀ ਇਦਾਂ ਦੇ ਹੁੰਦੇ, ਕਈ ਵਾਰੀ ਵਿਚਾਰ ਨਹੀਂ ਵੀ ਮਿਲਦਾ ਕਿਸੇ ਗੱਲ ਤੇ, ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਕਨਵਿੰਸ ਕਰਦੇ ਆ ਆਪਣੇ ਜੀਵਨ ਸਾਥੀ ਨੂੰ। ਜੇ ਤੁਹਾਡੇ ਵਿੱਚ ਹੈ ਉਹ ਕਲਾ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਆ, ਜਾਂ ਉਹਨਾਂ ਦੀ, ਕਈ ਵਾਰੀ ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ ਕਿ ਜੇ ਉਹ ਸਹੀ ਆ ਤਾਂ ਤੁਸੀਂ ਉਸ ਟਾਈਮ ਤੇ ਖੁਦ ਅੰਡਰਸਟੈਂਡ ਕਰ ਲਓ ਕਿ ਆਹ ਗੱਲ ਉਹਨਾਂ ਦੀ ਸਹੀ ਆ, ਤਾਂ ਇਦਾਂ ਲਾਈਫ ਵਧੀਆ ਚੱਲਦੀ ਆ ਮੇਰੇ ਖਿਆਲ 'ਚ। ਜੀ ਤੇ ਮੈਮ ਕਦੇ ਇਦਾਂ ਤਾਂ ਨਹੀਂ ਹੋਇਆ ਕਿ ਸਰ ਉਹਨਾਂ ਦੇ ਕੰਮਕਾਰ ਕਰਕੇ ਤੁਹਾਡੀ ਕੋਈ ਵਿਸ਼ ਅਧੂਰੀ ਰਹਿ ਗਈ ਹੋਵੇ? ਨਹੀਂ, ਇੱਦਾਂ ਬਿਲਕੁਲ ਨਹੀਂ ਹੋਇਆ। ਸਰ ਨੇ ਸਾਰੇ ਮੇਰੀਆਂ ਵਿਸ਼ੇਸ ਪੂਰੀਆਂ ਕੀਤੀਆਂ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਅਸੀਂ 11 ਕੰਟਰੀ ਘੁੰਮੇ ਹੋਏ ਆ, ਤਾਂ ਮੈਨੂੰ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ। ਸਰ ਨੂੰ ਮਤਲਬ ਇੰਨਾ ਨਹੀਂ ਸੀਗਾ, ਪਰ ਕਿਉਂਕਿ ਮੈਨੂੰ ਸ਼ੌਕ ਸੀਗਾ ਤਾਂ ਅਸੀਂ ਵਿੱਚ ਵਿੱਚ ਜਦੋਂ ਵੀ ਸਾਨੂੰ ਟਾਈਮ ਲੱਗਦਾ ਤੇ ਅਸੀਂ ਘੁੰਮਣ ਜਾਂਦੇ ਆ। ਕਦੀ ਇੰਡੀਆ ਦਾ ਵੀ ਮੇਰੇ ਖਿਆਲ ਕੋਈ ਕੋਨਾ ਨਹੀਂ ਹੋਣਾ ਜਿਹੜਾ ਅਸੀਂ ਨਾ ਗਏ ਹੋਈਏ, ਤਾਂ ਮੈਨੂੰ ਮਤਲਬ ਕਾਫੀ ਇਸ ਗੱਲ ਦਾ ਮਾਣ ਆ ਕਿ ਅਸੀਂ ਇਹਨਾਂ ਨੇ ਮੇਰੇ ਮਤਲਬ ਇਹ ਵੀ ਵਿਸ਼ ਪੂਰੀ ਕੀਤੀ। ਲੰਡਨ, ਸਵਿਟਜ਼ਰਲੈਂਡ, ਹੈ ਨਾ, ਸਾਰੇ ਜਗ੍ਹਾ ਘੁਮਾਇਆ ਜਿੱਥੇ ਮੇਰਾ ਕਦੇ ਡ੍ਰੀਮ ਹੁੰਦਾ ਸੀਗਾ। ਤਾਂ ਹੋਰ ਵੀ ਇਦਾਂ ਮਤਲਬ ਕਦੀ ਨਹੀਂ ਹੋਇਆ, ਜੇ ਮਤਲਬ ਮੈਨੂੰ ਅੱਜ ਤੱਕ ਇਹਦਾ ਕਦੀ ਫੀਲ ਨਹੀਂ ਹੋਇਆ ਕਿ ਕੋਈ ਮੇਰੀ ਇੱਛਾ ਜਿਹੜੀ ਪੂਰੀ ਨਾ ਹੋਈ ਹੋਵੇ। ਹਾਂਜੀ। ਤੇ ਸਰ ਕੋਈ ਇਦਾਂ ਦੀ ਚੀਜ਼ ਜਿਹੜੀ ਤੁਸੀਂ ਮੈਮ ਨੂੰ ਅੱਜ ਕਹਿਣਾ ਹੋਵੇ ਸਾਡੇ ਚੈਨਲ ਦੇ ਜ਼ਰੀਏ, ਕੁਝ ਕਹਿਣਾ ਚਾਹੁੰਦੇ ਹੋ ਮੈਮ ਨੂੰ? ਮੈਡਮ ਨੂੰ ਚੈਨਲ ਦੇ ਜ਼ਰੀਏ? ਹਾਂਜੀ, ਕੁਝ ਕਹਿਣਾ ਹੋਵੇ ਤੁਸੀਂ। ਤੁਸੀਂ ਦੇਖੋ, ਜਿਹੜੀ ਗੱਲ ਮੈਂ ਇਹਨਾਂ ਨੂੰ ਵੈਸੇ ਨਹੀਂ ਕਹਿ ਸਕਿਆ, ਚੈਨਲ ਤੇ ਕਹਿ ਕੇ ਮੈਂ ਕੁੱਟ ਖਾਣੀ। ਓਕੇ, ਥੈਂਕ ਯੂ ਸਰ, ਥੈਂਕ ਯੂ ਮੈਮ। ਥੈਂਕ ਯੂ। ਸੋ ਪਿਆਰੀ ਜੀ ਜੋੜੀ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਈ ਗਈ। ਸੋ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ। ਧੰਨਵਾਦ।